मैं हां बलिंदर सिंह बिरमानी ते तुसी वेख लो साडा खास प्रोग्राम नजरिया। फिल्म अदाकारा दीपिका पादुकोण ਨੂੰ ਨਾਰਕੋਟਿਕਸ ਕੰਟਰੋਲ ਬਿਊਰੋ यानी कि एनसीबी ਨੇ ਹੁਣ ਪੁੱਛ ਪੜਤਾਲ ਦੇ ਲਈ ਸੰਮਨ ਜਾਰੀ ਕੀਤਾ ਅਤੇ ਫਿਰ ਇਸੇ ਸਿਲਸਿਲੇ ਵਿੱਚ ਉਹਨਾਂ ਨੂੰ 25 ਸਤੰਬਰ यानी कि शुक्रवार ਨੂੰ एनसीबी ਦਫ਼ਤਰ ਜਾਣਾ ਹੋਵੇਗਾ। दीपिका पादुकोण ਦੇ ਇਲਾਵਾ ਅਦਾਕਾਰਾ ਸ਼ਰਧਾ ਕਪੂਰ, ਰਕੁਲਪ੍ਰੀਤ ਕੌਰ ਅਤੇ ਫਿਰ ਸਾਰਾ ਅਲੀ ਖਾਨ ਨੂੰ ਵੀ एनसीबी ਨੇ ਪੁੱਛ ਪੜਤਾਲ ਦੇ ਲਈ ਸੰਮਨ ਭੇਜਿਆ ਹੋਇਆ ਹੈ। ਇਹ ਪੂਰਾ ਮਾਮਲਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਨਾਲ ਜੁੜਿਆ ਹੋਇਆ ਹੈ। ਪਰ ਸੋਸ਼ਲ ਮੀਡੀਆ ਤੇ ਦੀਪਿਕਾ ਪਾਦੁਕੋਣ ਨਾਲ एनसीबी ਦੀ ਪੁੱਛ ਪੜਤਾਲ ਦੀ ਟਾਈਮਿੰਗ ਨੂੰ ਲੈ ਕੇ ਕਈ ਲੋਕ ਸਵਾਲ ਵੀ ਖੜੇ ਕਰ ਰਹੇ ਨੇ। ਜੀ ਹਾਂ, एनसीबी ਦੀ ਦੀਪਿਕਾ ਪਾਦੁਕੋਣ ਨਾਲ ਪੁੱਛ ਪੜਤਾਲ ਦੀ ਤਾਰੀਖ ਹੈ 25 ਸਤੰਬਰ, ਜਦਕਿ ਦੇਸ਼ ਭਰ ਵਿੱਚ ਨਵੇਂ ਕਿਸਾਨੀ ਬਿੱਲ ਨੂੰ ਲੈ ਕੇ ਕਿਸਾਨ ਪਿਛਲੇ ਕੁਝ ਸਮੇਂ ਤੋਂ ਜੋ ਅੰਦੋਲਨ ਕਰ ਰਹੇ ਨੇ, ਉਸੇ ਕੜੇ ਵਿੱਚ ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਹੁਣ ਇੱਕ ਖਾਸ ਰੋਚਕ ਗੱਲ ਵੀ ਤੁਹਾਨੂੰ ਦੱਸਿਆ। ਮਾਰਚ 1975 ਵਿੱਚ ਜਦੋਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਨੀਤੀਆਂ ਦੇ ਖਿਲਾਫ ਇੱਕ ਪਬਲਿਕ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਉਸ ਸਮੇਂ ਸਰਕਾਰ ਨੇ ਦੂਰਦਰਸ਼ਨ ਨੂੰ ਹਿੱਟ ਫਿਲਮ ਬੌਬੀ ਪ੍ਰਸਾਰਿਤ ਕਰਨ ਨੂੰ ਕਿਹਾ ਸੀ। ਜੀ ਹਾਂ, यानी सरकार के खिलाफ प्रदर्शन विच बॉलीवुड का सहारा लेना कोई नवा चलन नहीं है। कांग्रेस ने भी अपने जमाने विच अजिहा ही किया। दीपिका पादुकोण ਨੂੰ एनसीबी ने सम्मन भेजा। एक खबर भी उस वेले सामने आई जब बुधवार ਨੂੰ विरोधी पार्टियां ਦੇ नेता बिल ਦੇ विरोध विच राष्ट्रपति ਨਾਲ मुलाकात ਕਰਨ ਤੋਂ ਬਾਅਦ प्रेस कॉन्फ्रेंस ਨੂੰ संबोधन कर रहे सन। लोग इस विच भी टाइमिंग ਨੂੰ ਲੈ ਕੇ ਵੱਡਾ सवाल खड़ा कर रहे हैं। जी हां, शायर इमरान प्रतापगढ़ी ने ट्वीट ਤੇ ਲਿਖਿਆ ਕਿ ਇਹ ਸੰਜੋਗ ਨਹੀਂ ਬਲਕਿ ਪ੍ਰਯੋਗ ਹੈ ਜੋ ਸਰਕਾਰ ਹਰ ਫਸਾਉ ਮੌਕੇ ਤੇ ਕਰਦੀ ਵਿਖਾਈ ਦਿੰਦੀ ਹੈ। ਅੱਗੇ ਵਧੀਏ, ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ एनसीबी ਦਾ ਗਠਨ ਕੀ ਹੈ ਅਤੇ एनसीबी ਕਿਉਂ ਸਾਡੇ ਸਾਹਮਣੇ ਲਿਆਂਦੀ ਗਈ ਹੈ। ਸੋ ਹੋ ਸਕਦਾ ਹੈ ਕਿ ਇਹ ਇਤਫਾਕ ਹੋਵੇ, ਪਰ ਪ੍ਰਧਾਨ ਮੰਤਰੀ ਮੋਦੀ ਦੇ ਸੰਯੋਗ ਅਤੇ ਪ੍ਰਯੋਗ ਦੇ ਵਿਚਾਲੇ ਜੁਮਲੇ ਤੇ ਲੋਕ ਚੁਟਕੀ ਕਿਉਂ ਲੈ ਰਹੇ ਨੇ, ਇਸ ਲਈ एनसीबी ਨੂੰ ਜਾਣਨ ਦੀ ਵੀ ਬੇਹੱਦ ਜ਼ਰੂਰਤ ਹੈ। एनसीबी यानी कि नारकोटिक्स कंट्रोल ब्यूरो की स्थापना 1986 ਵਿੱਚ ਹੋਈ ਸੀ। ਇਹ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅੰਤਰਗਤ ਕੰਮ ਕਰਦੀ ਹੈ ਅਤੇ ਇਸ ਦਾ ਉਦੇਸ਼ ਸਮਾਜ ਨੂੰ ਡਰੱਗ ਦੇ ਚੁੰਗਲ ਤੋਂ ਆਜ਼ਾਦ ਕਰਵਾਉਣਾ ਹੈ, ਜਿਸ ਲਈ एनसीबी ਨਿਆਂਪੂਰਨ, ਦ੍ਰਿੜ ਅਤੇ ਫਿਰ ਨਿਸ਼ਪਕਸ਼ ਤਰੀਕੇ ਨਾਲ ਕੰਮ ਕਰਦੀ ਹੈ। एनसीबी ਦੀ ਅਧਿਕਾਰਕ ਵੈਬਸਾਈਟ ਤੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ। एनसीबी ਦੇ ਡੀਜੀ ਇਸ ਸਮੇਂ ਰਾਕੇਸ਼ ਅਸਥਾਨਾ ਨੇ। राकेश अस्थाना इस तो पहला सीबीआई विच भी रह चुके हैं और फिर सीबीआई विच नंबर 1 दी पोजीशन दे लई आलोक वर्मा दे नाल उन्हां दी लड़ाई काफी चर्चा विच रही सी। उन्हां दी गिणती प्रधानमंत्री नरेंद्र मोदी और फिर अमित शाह दे करीबी पुलिस अधिकारियों विच होंदी है। तो अंदाजे कि राकेश अस्थाना ने अपने करियर विच कई अहम मामलों की जांच की है। इन्हां मामलों विच गोधरा कांड दी जांच, चारा घोटाला वर्गे जांच, अहमदाबाद बम धमाका और फिर आसाराम बापू के खिलाफ जांच शामिल है। ਤੁਹਾਨੂੰ ਵੀ ਦੱਸ ਦਈਏ ਕਿ एनसीबी ਅਤੇ ਉਹਨਾਂ ਦੇ ਡੀਜੀ ਦਾ ਛੋਟਾ ਜਿਹਾ ਤਾਰੁਫ ਪਰ ਹੈ। ਗੱਲ ਕਰੀਏ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਡਰੱਗਸ ਨੈਕਸਸ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਪੁੱਛ ਪੜਤਾਲ ਦੇ ਲਈ ਸੰਮਨ ਭੇਜਿਆ ਗਿਆ। ਜੀ ਹਾਂ, ਇਹਨਾਂ ਵਿੱਚ ਸ਼ਾਮਲ ਨੇ ਰਕੁਲਪ੍ਰੀਤ ਸਿੰਘ, ਸੁਸ਼ਾਂਤ ਦੀ ਮੈਨੇਜਰ ਰਹੀ ਸ਼ਰੂਤੀ ਮੋਦੀ ਅਤੇ ਫਿਰ ਡਿਜ਼ਾਈਨਰ ਸਿਮੋਨ ਖੰਬਾਟਾ ਨੂੰ ਅੱਜ ਪੁੱਛ ਪੜਤਾਲ ਦੇ ਲਈ ਸੱਦਾ ਗਿਆ ਸੀ, पर रकुलप्रीत सिंह एनसीबी के दफ्तर नहीं पहुंच पाए। जी हां, नारकोटिक्स कंट्रोल ब्यूरो ने साफ दस्सिया कि रकुलप्रीत सिंह ਨੂੰ ਕੱਲ ਸਮਨ ਭੇਜਿਆ ਗਿਆ ਸੀ। ਉਹਨਾਂ ਨਾਲ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਵੀ ਸਾਡੀ ਗਈ, ਪਰ ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਹੀ ਨਹੀਂ ਆ ਸਕੀ ਹੈ। ਜੀ ਹਾਂ, ਉੱਥੇ ਹੁਣ ਸਾਰਾ ਅਲੀ ਖਾਨ ਅਤੇ ਫਿਰ ਸ਼ਰਧਾ ਕਪੂਰ ਨੂੰ 26 ਸਤੰਬਰ ਨੂੰ ਬੁਲਾਇਆ ਗਿਆ, ਯਾਨੀ ਕਿ ਦੀਪਿਕਾ ਪਾਦੁਕੋਣ ਦੀ ਸਮਨ ਤੋਂ ਇੱਕ ਦਿਨ ਬਾਅਦ। ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਦੀ ਮੈਨੇਜਰ ਯਾਨੀ ਕਿ ਕ੍ਰਿਸ਼ਮਾ ਪ੍ਰਕਾਸ਼ ਨੂੰ ਵੀ ਜਾਂਚ ਦੇ ਲਈ ਸੱਦਾ ਦਿੱਤਾ ਗਿਆ ਸੀ, ਪਰ ਉਹਨਾਂ ਨੇ ਤਬੀਅਤ ਖਰਾਬ ਹੋਣ ਦੀ ਵਜ੍ਹਾ ਨਾਲ ਇਸ ਲਈ ਕੁਝ ਸਮਾਂ ਜ਼ਰੂਰ ਮੰਗਿਆ ਅਤੇ ਫਿਰ एनसीबी ਨੇ ਉਹਨਾਂ ਦੀ ਗੱਲ ਮੰਨੀ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਸ਼ੁੱਕਰਵਾਰ ਤੱਕ ਦੇ ਲਈ ਪੇਸ਼ੀ ਤੋਂ ਛੋਟ ਦਿੱਤੀ ਗਈ ਹੈ। एनसीबी ਦੇ ਸੂਤਰਾਂ ਦੇ ਮੁਤਾਬਕ ਪ੍ਰਕਾਸ਼ ਦੇ WhatsApp ਚੈਟ ਵਿੱਚ ਡਰੱਗਸ ਦੇ ਬਾਰੇ ਵਿੱਚ ਗੱਲਬਾਤ ਮਿਲੀ ਹੈ। ਜੀ ਹਾਂ, ਡਰੱਗਸ ਖਰੀਦਣ ਦੇ ਮਾਮਲੇ ਵਿੱਚ ਹੁਣ ਤੱਕ ਕਈ ਬਾਲੀਵੁੱਡ ਸਿਤਾਰਿਆਂ ਦੇ ਨਾਮ ਸਾਹਮਣੇ ਆ ਚੁੱਕੇ ਨੇ। ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ ਨੇ 8 ਸਤੰਬਰ ਨੂੰ ਰਿਆ ਚੱਕਰਵਰਤੀ ਨੂੰ ਡਰੱਗ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਮੀਡੀਆ ਰਿਪੋਰਟਸ ਵਿੱਚ ਅਦਾਕਾਰਾ ਦਿਆ ਮਿਰਜ਼ਾ ਨੇ ਡਰੱਗ ਮਾਮਲੇ ਵਿੱਚ ਨਾ ਆਉਣ ਤੇ ਇਸ ਤੇ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹਨਾਂ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਇਸ ਪੂਰੇ ਮਾਮਲੇ ਵਿੱਚ ਅਤੇ ਨਾ ਹੀ ਉਹਨਾਂ ਨੇ ਕਦੇ ਡਰੱਗ ਦਾ ਸੇਵਨ ਕੀਤਾ।
ਇਸ ਦੇ ਇਲਾਵਾ ਉਹਨਾਂ ਨੇ ਇਸ ਮਾਮਲੇ ਨੂੰ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਤੇ ਵੀ ਜ਼ੋਰ ਦਿੱਤਾ ਸੀ ਕਿ ਆਖਰ ਉਹਨਾਂ ਨੂੰ ਬੇਵਜ੍ਹਾ ਕਿਉਂ ਫਸਾਇਆ ਜਾ ਰਿਹਾ, ਉਹਨਾਂ ਦਾ ਨਾਮ ਆਖਰ ਲਿਆ ਕਿਉਂ ਜਾ ਰਿਹਾ ਹੈ। 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਫਲੈਟ ਵਿੱਚ ਪੱਖੇ ਨਾਲ ਲਟਕੇ ਮਿਲੇ ਸਨ। ਉਹਨਾਂ ਦੀ ਮੌਤ ਨੂੰ ਲੈ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਨੂੰ ਕੋਈ ਫਾਈਲ ਪਲੇ ਨਹੀਂ ਮਿਲਿਆ ਸੀ। ਜੀ ਹਾਂ, ਬਾਂਦਰਾ ਸਥਿਤ ਫਲੈਟ ਵਿੱਚ ਕ੍ਰਾਈਮ ਸੀਨ ਦੇ ਰਿਐਕਸ਼ਨ ਤੋਂ ਬਾਅਦ ਏਜੰਸੀ ਨੇ ਪਾਇਆ ਸੀ ਕਿ ਸੁਸ਼ਾਂਤ ਦੀ ਮੌਤ ਫਾਂਸੀ ਲਗਾਉਣ ਨਾਲ ਹੋਈ ਸੀ। ਕੁੱਲ ਮਿਲਾ ਕੇ ਹੁਣ ਕੇਸ ਵਿੱਚ ਡਰਗ ਐਂਗਲ ਆਉਣ ਤੋਂ ਬਾਅਦ ਪੂਰਾ ਕੇਸ, ਜੀ ਹਾਂ ਪੂਰਾ ਕੇਸ ਡਰਗ ਮਾਫੀਆ ਦੇ ਬਾਲੀਵੁੱਡ ਕਨੈਕਸ਼ਨ ਵੱਲ ਘੁੰਮਦਾ ਵਿਖਾਈ ਦੇ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਯਾਨੀ ਕਿ ਰਿਆ ਚੱਕਰਵਰਤੀ ਅਤੇ ਫਿਰ ਉਸਦੇ ਭਰਾ ਸ਼ੌਵਿਕ ਤੋਂ ਹੋਈ ਪੁੱਛ ਪੜਤਾਲ ਤੋਂ ਨਿਕਲੇ ਡਰਗ ਮਾਫੀਆ ਦੇ ਲਿੰਕ ਹੁਣ ਸਿੱਧਾ ਦੀਪਿਕਾ ਪਾਦੂਕੋਣ, ਦਿਆ ਮਿਰਜ਼ਾ, ਸ਼ਰਧਾ ਕਪੂਰ, ਰਘੁਲਪ੍ਰੀਤ ਸਿੰਘ, ਸਾਰਾ ਅਲੀ ਖਾਨ ਅਤੇ ਹੋਰ ਕਈ ਅਜਿਹੇ ਮੰਨੇ ਪਰਮੰਨੇ ਅਦਾਕਾਰਾਂ ਵੱਲ ਘੁੰਮਦੇ ਵਿਖਾਈ ਦੇ ਰਹੀ ਹੈ ਅਤੇ ਨਾਲ ਹੀ ਇਹ ਲਿਸਟਰਸ ਨਾਲ ਇਹ ਲਿੰਕ ਸਿੱਧਾ ਜੁੜਦੇ ਵਿਖਾਈ ਦੇ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਮੈਂ ਨਾਮ ਲਿੱਤੇ ਨੇ ਐਕਟਰਸ ਦੇ, ਇਹ ਸਾਰੇ ਇਹ ਲਿਸਟ ਵਿੱਚ ਸ਼ਾਮਲ ਨੇ। ਇਸ ਖੋਜਬੀਨ ਵਿੱਚ ਬਹੁਤ ਤੇਜ਼ੀ ਨਾਲ ਨਵੇਂ ਖੁਲਾਸੇ ਹੋ ਰਹੇ ਨੇ ਅਤੇ ਉਹਨੇ ਹੀ ਵੱਡੇ ਨਾਂ ਵੀ ਇੱਕ ਕਰਦੇ ਜੁੜਦੇ ਜਾ ਰਹੇ ਨੇ। ਇਹ ਲਿਸਟ ਤੋਂ ਬਾਅਦ ਬੀ ਲਿਸਟ, ਸੀ ਲਿਸਟ ਕੀ ਹੈ ਉਹ ਵੀ ਤੁਹਾਨੂੰ ਦੱਸਾਂਗਾ, ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਵਿੱਚ ਜਿੱਥੇ ਦੀਪਿਕਾ, ਸ਼ਰਧਾ, ਸਾਰਾ ਅਤੇ ਰਘੁਲਪ੍ਰੀਤ ਨੂੰ ਪੁੱਛ ਪੜਤਾਲ ਦੇ ਲਈ ਸੰਮਨ ਵੀ ਜਾਰੀ ਕੀਤਾ ਗਿਆ, ਦੂਜੇ ਪਾਸੇ ਪੈਡਲਰਸ ਦੀ ਲੀਡ ਤੇ ਬੈਂਗਲੁਰੂ ਵਿੱਚ ਪੁਲਿਸ ਨੇ 3.3 ਕਰੋੜ ਅਤੇ ਫਿਰ ਸੂਰਤ ਵਿੱਚ 1.4 ਕਰੋੜ ਰੁਪਏ ਦੀ ਵੱਖ-ਵੱਖ ਤਰ੍ਹਾਂ ਦੀ ਡਰੱਗਸ ਨੂੰ ਆਪਣੀ ਗ੍ਰਿਫਤ ਵਿੱਚ ਲਿੱਤਾ। ਯਾਨੀ ਕਿ ਇੱਕ ਪਾਸੇ ਤਾਂ ਸੰਮਨ ਜਾਰੀ ਕੀਤੇ ਗਏ ਨੇ ਤੇ ਦੂਜੇ ਪਾਸੇ ਕਾਰਵਾਈ ਦੇ ਨਾਂ ਤੇ ਕਈ ਵੱਡੇ ਰੈਕੇਟ ਦਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਡਰੱਗਸ ਵੀ ਇਸ ਸਮੇਂ ਐਨਸੀਬੀ ਦੀ ਗ੍ਰਿਫਤ ਵਿੱਚ ਫੜਦੀ ਨਜ਼ਰ ਆ ਰਹੀ ਹੈ। ਸੋ ਸਿੱਧਾ ਤਾਰ ਜਿਹੜੇ ਨੇ ਬਾਲੀਵੁੱਡ ਜਿਹੜੀ ਇੰਡਸਟਰੀ ਹੈਗੀ ਉਸ ਨਾਲ ਜੁੜਦੇ ਵਿਖਾਈ ਦੇ ਰਹੇ ਨੇ। ਅੱਗੇ ਵਧੀਏ, ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਐਨਸੀਬੀ ਹਰ ਦਿਨ ਕੁਝ ਨਵੀਂ ਗੁੱਥੀ ਜ਼ਰੂਰ ਸੁਲਝਾ ਰਹੀ ਹੈ। ਕਿਸ ਤਰ੍ਹਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੁਸ਼ਾਂਤ ਨੂੰ ਕੇਂਦਰ ਵਿੱਚ ਰੱਖ ਕੇ ਜਾਂਚਕਾਰੀ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ ਐਨਸੀਬੀ ਬਾਲੀਵੁੱਡ ਵਿੱਚ ਡਰਗ ਪੈਡਲਰਸ ਦੀ ਡੂੰਘੀਆਂ ਜੜ੍ਹਾਂ ਨੂੰ ਵੇਖ ਕੇ ਖੁਦ ਹੈਰਾਨ ਹੋ ਰਹੀ ਹੈ। ਜੀ ਹਾਂ, ਕਨੈਕਸ਼ਨ ਜਿੰਨੇ ਔਖੇ ਹੁੰਦੇ ਜਾ ਰਹੇ ਨੇ ਉਨੇ ਹੀ ਡੂੰਘੇ ਵੀ ਵਿਖਾਈ ਦੇ ਰਹੇ ਨੇ ਅਤੇ ਉਹਨਾਂ ਨੂੰ ਦਿੱਲੀ ਤੋਂ ਇੱਕ ਹੋਰ ਟੀਮ ਇਸ ਲਈ ਬੁਲਾਣੀ ਵੀ ਪਈ ਹੈ ਜੋ ਕਿ ਉਹਨਾਂ ਦੀ ਮਦਦ ਕਰੇਗੀ। ਐਨਸੀਬੀ ਨੇ ਹੁਣ ਤੱਕ 1 ਦਰਜਨ ਡਰਗ ਪੈਡਲਰ ਨੂੰ ਹਿਰਾਸਤ ਵਿੱਚ ਲਿਆ, ਯਾਨੀ ਕਿ ਤਕਰੀਬਨ 10 ਤੋਂ 12 ਪੈਡਲਰ ਇਸ ਸਮੇਂ ਐਨਸੀਬੀ ਦੀ ਗ੍ਰਿਫਤ ਵਿੱਚ ਨੇ ਅਤੇ ਉਹਨਾਂ ਤੋਂ ਵੀ ਜਿਹੜੇ ਇਸ ਮਾਮਲੇ ਨੂੰ ਸੁਲਝਾਉਣ ਦੇ ਜਿਹੜੇ ਰਾਜ਼ ਨੇ ਹੌਲੀ-ਹੌਲੀ ਖੁੱਲਦੇ ਜਾ ਰਹੇ ਨੇ। ਬੀਤੇ 23 ਦਿਨਾਂ ਵਿੱਚ ਐਨਸੀਬੀ ਨੇ ਸੈਲਬ ਪੈਡਲਰਸ ਕਨੈਕਸ਼ਨ ਵਿੱਚ ਵਿਚੋਲਿਆਂ ਦੀ ਭੂਮਿਕਾ ਫੜਨ ਵਿੱਚ ਕਾਮਯਾਬੀ ਵੀ ਹਾਸਲ ਕਰ ਲਈ ਹੈ ਅਤੇ ਫਿਰ ਇਸੇ ਕਾਰਨ ਹੁਣ ਵੱਡੇ ਸੈਲੀਬ੍ਰਿਟੀਜ਼ ਦੇ ਨਾਮ ਲਗਾਤਾਰ ਸਾਹਮਣੇ ਆ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਹਰ ਦਿਨ ਦੇ ਹਿਸਾਬ ਨਾਲ ਐਨਸੀਬੀ ਰਣਨੀਤੀ ਬਣਾ ਰਿਹਾ ਹੈ ਅਤੇ ਫਿਰ ਇਕੱਠਿਆਂ ਵੱਡੇ ਨਾਂ ਲੈਣ ਦੀ ਬਜਾਏ ਇੱਕ ਕਰਕੇ ਉਹ ਕਲੂ ਦੇ ਰਹੇ ਨੇ, ਤਾਂ ਹੀ ਮੀਡੀਆ ਵਿੱਚ ਇੱਕ ਕਰਕੇ ਨਾਂ ਵੀ ਸਾਹਮਣੇ ਆ ਰਹੇ ਨੇ। ਤਕਰੀਬਨ 4 ਹਫ਼ਤਿਆਂ ਦੀ ਬੇਹੱਦ ਖੋਜਬੀਨ ਤੋਂ ਬਾਅਦ ਐਨਸੀਬੀ ਨੂੰ ਬਾਲੀਵੁੱਡ ਡਰਗ ਮਾਫੀਆ ਵਿੱਚ ਹੁਣ ਸਾਫ਼ ਤੌਰ ਤੇ 3 ਲੇਅਰ ਤੇ ਤਕਰੀਬਨ 28 ਮੁੱਖ ਕਿਰਦਾਰ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਹਾਲੇ ਕੁਝ ਹੀ ਨਾਮ ਸਾਹਮਣੇ ਆਏ ਨੇ। ਇਹਨਾਂ ਵਿੱਚ ਹੁਣ ਤੁਹਾਨੂੰ ਦੱਸਦੇ ਹਾਂ ਕਿ ਪਹਿਲੀ ਲੇਅਰ ਕਿਹੜੀ ਹੈ, ਦੂਜੀ ਲੇਅਰ ਕਿਹੜੀ ਹੈ, ਤੀਜੀ ਲੇਅਰ ਕਿਹੜੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਲੇਅਰ। ਸੋ ਪਹਿਲੀ ਲੇਅਰ ਵਿੱਚ ਇਹਨਾਂ ਤੋਂ ਸਭ ਤੋਂ ਪਹਿਲਾਂ ਉੱਪਰ ਖੁਲਾਸੇ ਦੇ ਹਿਸਾਬ ਨਾਲ ਸੁਸ਼ਾਂਤ, ਰਿਆ, ਸ਼ੌਵਿਕ, ਸੁਸ਼ਾਂਤ ਦਾ ਹਾਊਸਕੀਪਰ ਸੈਮੂਅਲ ਮਿਰਾਂਡਾ, ਸ਼ਰੂਤੀ ਮੋਦੀ, ਜया ਸਾਹਾ ਅਤੇ ਫਿਰ ਸੁਸ਼ਾਂਤ ਦੇ ਸਟਾਫ ਦੇ 3 ਲੋਕ ਸ਼ਾਮਲ ਨੇ। ਜੀ ਹਾਂ, ਦੂਜੀ ਲੇਅਰ ਜਦ ਗੱਲ ਕਰੀਏ ਤਾਂ ਵਿੱਚ ਵਾਲੀ ਲੇਅਰ ਵਿੱਚ ਸੁਸ਼ਾਂਤ, ਰਿਆ ਅਤੇ ਜया ਸਾਹਾ ਦੇ ਸਿੱਧੇ ਕਨੈਕਸ਼ਨ ਵਾਲੇ 7 ਵੱਡੇ ਸੈਲਬ ਮੌਜੂਦ ਨੇ। ਸਭ ਤੋਂ ਵੱਡਾ ਨਾਮ ਦੀਪਿਕਾ ਪਾਦੂਕੋਣ ਦਾ, ਜੋ ਜया ਸਾਹਾ ਅਤੇ ਫਿਰ ਆਪਣੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਦੇ ਲਿੰਕ ਦੇ ਕਾਰਨ ਫਸੀ ਹੈ। ਸੋ ਇਹ ਜਿਹੜੇ 2 ਲੇਅਰ ਨੇ ਇਹ ਕਾਫੀ ਖਾਸ ਨੇ। ਹੁਣ ਆਉਂਦੇ ਹਾਂ ਅਸੀਂ ਤੀਜੇ ਲੇਅਰ ਵੱਲ। ਤੀਜੀ ਲੇਅਰ ਯਾਨੀ ਕਿ ਸਭ ਤੋਂ ਨੀਚੇ ਵਾਲੀ ਅਤੇ ਫਿਰ ਗਰਾਊਂਡ ਲੇਅਰ ਇਸ ਨੂੰ ਕਿਹਾ ਜਾਂਦਾ ਹੈ। ਬਿਨਾ ਚਿਹਰੇ ਵਾਲੇ 12 ਤੋਂ ਜ਼ਿਆਦਾ ਪੈਡਲਰਸ ਇਸੇ ਲੇਅਰ ਵਿੱਚ ਸ਼ਾਮਲ ਨੇ। ਇਹ ਉਹੀ ਲੋਕ ਨੇ ਜੋ ਸੈਲਬ ਨੂੰ ਡਰੱਗਸ ਦੀ ਸਪਲਾਈ ਕਰਦੇ ਸਨ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੇ ਹਾਊਸਕੀਪਰ ਯਾਨੀ ਕਿ ਸੈਮੂਅਲ ਮਿਰਾਂਡਾ ਅਤੇ ਫਿਰ ਪੈਡਲਰ ਸੋਹੇਲ ਦੇ ਵਿਚਾਲੇ ਸਿੱਧੇ ਡੀਲ ਦੇ ਸਬੂਤ ਵੀ ਐਨਸੀਬੀ ਕੋਲ ਮੌਜੂਦ ਨੇ, ਸੀਬੀਆਈ ਕੋਲ ਮੌਜੂਦ ਨੇ। ਬਾਲੀਵੁੱਡ ਅਤੇ ਡਰੱਗ ਸਪਲਾਇਰਸ ਦੇ ਮਾਇਆਜਾਲ ਵਿੱਚ ਘਿਰੇ ਹੁਣ ਤੱਕ ਕਈ ਵੱਡੇ ਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਫਿਲਹਾਲ 10 ਤੋਂ 15 ਡਰੱਗ ਪੈਡਲਰ ਐਨਸੀਬੀ ਦੀ ਹਿਰਾਸਤ ਵਿੱਚ ਨੇ ਅਤੇ ਸਭ ਤੋਂ ਇੱਕ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਅਤੇ ਜਿਹੜੇ ਨਵੇਂ ਖੁਲਾਸੇ ਹੋ ਰਹੇ ਨੇ ਉਹ ਵੀ ਲਗਾਤਾਰ ਸਾਹਮਣੇ ਆ ਰਹੇ ਨੇ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹਨਾਂ ਵਿੱਚੋਂ ਹੀ ਇੱਕ ਡਰੱਗ ਪੈਡਲਰ ਨੇ
दिया मिर्जा ਦਾ ਨਾਂ ਦਾ ਖੁਲਾਸਾ ਕੀਤਾ ਸੀ। ਇਹ ਸਭ ਡਰੱਗ ਪੈਡਲਰ ਅਜਿਹੇ ਸ਼ਾਤਿਰ ਮੁਲਜ਼ਮ ਨੇ ਜਿਨ੍ਹਾਂ ਦਾ ਬਾਲੀਵੁੱਡ ਦੇ ਵੱਡੇ ਸੈਲੀਬ੍ਰਿਟੀਜ਼ ਦੀਆਂ ਪਾਰਟੀਆਂ ਵਿੱਚ ਲਗਾਤਾਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇਹਨਾਂ ਨੂੰ ਹਮੇਸ਼ਾ ਪਾਰਟੀਆਂ ਵਿੱਚ ਦੇਖਿਆ ਜਾਂਦਾ ਸੀ। ਸੋ ਬੀਤੇ ਦਿਨਾਂ ਵਿੱਚ ਇੱਕ ਅਜਿਹੀ ਪੈਡਲਰ ਨੇ ਦੱਸਿਆ ਸੀ ਕਿ ਡਰੱਗਸ ਦੀ ਗੱਲ ਲੋਕਾਂ ਨੂੰ ਖਾਸ ਅਤੇ ਅਜੀਬ ਜ਼ਰੂਰ ਲੱਗ ਰਹੀ ਹੋਏਗੀ, ਪਰ ਜੇਕਰ ਬਾਲੀਵੁੱਡ ਵੱਲ ਦੇਖੀਏ, ਜੀ ਹਾਂ, ਬਾਲੀਵੁੱਡ ਵਿੱਚ ਤਾਂ ਇਹ ਬਹੁਤ ਹੀ ਆਮ ਗੱਲ ਹੈ। ਮਸ਼ਹੂਰ ਅਤੇ ਏ ਲਿਸਟਰ ਸੈਲੀਬ੍ਰਿਟੀਜ਼ ਪਾਰਟੀਆਂ ਵਿੱਚ ਡਰੱਗਸ ਲੈਂਦੇ ਨੇ ਅਤੇ ਫਿਰ ਝੂਮਦੇ ਹੋਏ ਨਿਕਲਦੇ ਆਮ ਵਿਖਾਈ ਦਿੰਦੇ ਨੇ। ਕਈ ਵਾਰੀ ਤੁਸੀਂ YouTube ਤੇ ਵੀਡੀਓਜ਼ ਵੀ ਇਹਦੀਆਂ ਜ਼ਰੂਰ ਵੇਖੀਆਂ ਹੋਣਗੀਆਂ ਕਿ ਕਿਸ ਤਰ੍ਹਾਂ ਜਿਹੜੇ ਵੱਡੇ ਵੱਡੇ ਸਟਾਰਸ ਹੁੰਦੇ ਨੇ ਅੰਦਰ ਪਾਰਟੀਆਂ ਕਰਦੇ ਨੇ ਅਤੇ ਫਿਰ ਬਾਅਦ ਜਦੋਂ ਮੀਡੀਆ ਖੜੀ ਹੁੰਦੀ ਹੈ, ਕੈਮਰੇ ਖੜੇ ਹੁੰਦੇ ਨੇ, ਤਾਂ ਕਿਸ ਤਰ੍ਹਾਂ ਉਹ ਮੀਡੀਆ ਤੋਂ ਛੁਪਦੇ ਹੋਏ ਆਪਣੀ ਕਾਰਾਂ ਵਿੱਚ ਬੈਠਦੇ ਵਿਖਾਈ ਦਿੰਦੇ ਨੇ। ਜੀ ਹਾਂ, ਸੁਸ਼ਾਂਤ ਅਤੇ ਉਹਨਾਂ ਨਾਲ ਜੁੜੇ ਡਰੱਗਸ ਮਾਮਲੇ ਦੀ ਜਾਂਚ ਦੇਸ਼ ਦੀ CBI, ED ਅਤੇ NCB ਵਰਗੀਆਂ ਟੌਪ ਏਜੰਸੀਆਂ ਕਰ ਰਹੀਆਂ ਨੇ। ਇਸ ਦੇ ਚਲਦਿਆਂ ਨਿਤ ਦਿਨ ਨਵੇਂ ਖੁਲਾਸੇ ਹੋ ਰਹੇ ਨੇ। ਰੀਆ ਅਤੇ ਫਿਰ ਉਹਨਾਂ ਦੇ ਭਰਾ ਸ਼ੌਵਿਕ ਦੀ ਚੈਟ ਵਿੱਚ ਡਰੱਗਸ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਲਗਭਗ ਪੂਰੇ ਬਾਲੀਵੁੱਡ ਦਾ ਹੀ ਡਰੱਗਸ ਕਨੈਕਸ਼ਨ ਸਿੱਧਾ ਇਸੇ ਮਾਮਲੇ ਨਾਲ ਜੁੜਦਾ ਵਿਖਾਈ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਦ ਤੋਂ ਸੁਸ਼ਾਂਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਕਈ ਜਿਹੜੇ ਬਾਲੀਵੁੱਡ ਸਿਤਾਰੇ ਨੇ ਜੋ ਕਿ ਖੁੱਲ ਕੇ ਮੀਡੀਆ ਵਿੱਚ ਸਾਹਮਣੇ ਆਉਂਦੇ ਸਨ, ਅੱਜ ਕੱਲ ਉਹ ਮੀਡੀਆ ਤੋਂ ਆਪਣੀ ਦੂਰੀ ਬਣਾਏ ਹੋਏ ਨੇ। ਕਿਉਂ ਦੂਰੀ ਬਣਾਏ ਹੋਏ ਨੇ? ਇਸ ਦਾ ਕੀ ਕਾਰਨ ਹੋ ਸਕਦਾ ਹੈ? ਕਿਉਂ ਉਹ ਰੀਆ ਚੱਕਰਵਰਤੀ ਜਾਂ ਫਿਰ ਸੁਸ਼ਾਂਤ ਸਿੰਘ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਤਰਾਜ਼ ਕਰ ਰਹੇ ਨੇ? ਸੋਚਣ ਵਾਲੀ ਗੱਲ ਹੈ। NCB ਦੀ ਰੀਆ ਤੋਂ ਪੁੱਛ ਪੜਤਾਲ ਵਿੱਚ ਹੀ ਸ਼ਰਧਾ ਕਪੂਰ ਅਤੇ ਫਿਰ ਸਾਰਾ ਅਲੀ ਖਾਨ ਦੇ ਇਲਾਵਾ ਡਰੱਗ ਪੈਡਲਰ ਅਬਦੁਲ ਬਾਸਤ, ਜੈਦ ਵਿਲਾਤਰਾ ਦੇ ਨਾਂ ਵੀ ਸਾਹਮਣੇ ਆਏ ਸਨ। ਜੀ ਹਾਂ, ਹੁਣ ਪੇਜ 3, ਤੁਹਾਨੂੰ ਯਾਦ ਹੋਏਗਾ, ਪੇਜ 3 ਦੀਆਂ ਅਤੇ ਫਨ ਪਾਰਟੀਆਂ ਦੇ ਸ਼ੌਕੀਨ ਕਈ ਵੱਡੇ ਨਾਵਾਂ ਦਾ ਖੁਲਾਸਾ ਹੋਣ ਦੇ ਵੀ ਸੰਕੇਤ ਮਿਲ ਰਹੇ ਨੇ। ਇਸ ਵਿੱਚ ਬਾਲੀਵੁੱਡ ਦੇ ਇਲਾਵਾ ਹੋਰ ਕਈ ਸੈਲੀਬ੍ਰਿਟੀਜ਼ ਦੇ ਨਾਂ ਵੀ ਸ਼ਾਮਲ ਹੋ ਸਕਦੇ ਨੇ। ਇੱਕ ਹੀ ਕਰਕੇ ਸੈਲੀਬ੍ਰਿਟੀਜ਼ ਦੇ ਨਾਂ ਸਾਹਮਣੇ ਆ ਵੀ ਰਹੇ ਨੇ। ਰੀਆ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੈਂਟ ਮੈਨੇਜਰ ਯਾਨੀ ਕਿ ਜया ਸਾਹਾ ਦੀ ਡਰੱਗ ਚੈਟ ਸਾਹਮਣੇ ਆਉਣ ਤੋਂ ਬਾਅਦ ਹਰ ਉਸ ਵੱਡੇ ਸੈਲੀਬ੍ਰਿਟੀ ਦਾ ਨੀਂਦ ਹੁਣ ਜਿਹੜੀ ਹੈ ਹਰਾਮ ਹੋ ਚੁੱਕੀ ਹੈ। ਸੈਲੀਬ੍ਰਿਟੀਜ਼ ਦੀ ਨੀਂਦ ਹਰਾਮ ਹੋ ਚੁੱਕੀ ਹੈ ਜੋ ਜया ਦੇ ਸੰਪਰਕ ਵਿੱਚ ਰਹੇ ਸਨ। ਜया ਦੀ ਡਰੱਗ ਚੈਟ ਵਿੱਚ ਕਈ ਸੈਲੀਬ੍ਰਿਟੀਜ਼ ਨੂੰ ਡਿਪਰੈਸ਼ਨ ਦੂਰ ਕਰਨ ਦੇ ਡਰੱਗ ਨੁਸਖੇ ਦੱਸਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜੀ ਹਾਂ, ਜया ਸਾਹਾ ਹੀ ਸੀ ਔਰ ਜੋ ਕਿ ਲੋਕਾਂ ਨੂੰ ਕਹਿੰਦੀ ਸੀ ਜੇਕਰ ਤੁਸੀਂ ਡਿਪਰੈਸ਼ਨ ਤੋਂ ਦੂਰ ਰਹਿਣਾ ਹੈ ਤਾਂ ਡਰੱਗਸ ਦੇ ਨੁਸਖੇ ਲਓ, ਡਰੱਗਸ ਛਕੋ ਅਤੇ ਡਿਪਰੈਸ਼ਨ ਤੋਂ ਦੂਰ ਹੋ ਜਾਓਗੇ। ਅਜਿਹੀ ਗੱਲਾਂ ਜੋ ਹੈ ਚੈਟ ਵਿੱਚ ਖੁੱਲ ਕੇ ਸਾਹਮਣੇ ਆ ਰਹੀਆਂ ਨੇ। ਬਾਲੀਵੁੱਡ ਦੀਆਂ ਦਿੱਗਜ ਮੈਨੇਜਮੈਂਟ ਕੰਪਨੀ ਵਿੱਚ ਕੰਮ ਕਰਨ ਵਾਲੀ ਜया ਸਾਹਾ ਦੀ ਡਰੱਗ ਚੈਟ ਵਿੱਚ ਫਿਲਹਾਲ ਸ਼ਰਧਾ ਕਪੂਰ, ਦੀਪਿਕਾ ਪਾਦੂਕੋਣ, ਕਰਿਸ਼ਮਾ ਪ੍ਰਕਾਸ਼, ਨਮਰਤਾ ਸ਼ਿਰੋਡਕਰ, ਮਧੂ ਮੰਟੇਨਾ ਦੇ ਨਾਂ ਵੀ ਸਾਹਮਣੇ ਆ ਚੁੱਕੇ ਨੇ। ਇਹਨਾਂ ਸਭ ਵਿੱਚ ਦੀਪਿਕਾ ਪਾਦੂਕੋਣ ਦਾ ਫਸਣਾ ਹੈਰਾਨ ਜ਼ਰੂਰ ਕਰਦਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਡਿਪਰੈਸ਼ਨ ਨੂੰ ਵੀ ਡਰੱਗ ਐਡਿਕਸ਼ਨ ਨਾਲ ਜੋੜ ਕੇ ਜ਼ਰੂਰ ਵੇਖਿਆ ਜਾ ਰਿਹਾ ਹੈ। ਕਿਉਂਕਿ ਤੁਹਾਨੂੰ ਦੱਸੀਏ ਕਿ ਦੀਪਿਕਾ ਪਾਦੂਕੋਣ ਪਿਛਲੇ ਕੁਝ ਸਮੇਂ ਵਿੱਚ ਆਪਣੇ ਵਿਆਹ ਤੋਂ ਪਿਛਲੇ ਸਮੇਂ ਵਿੱਚ ਡਿਪਰੈਸ਼ਨ ਵਿੱਚ ਸੀ। ਅਜਿਹੀਆਂ ਕਈ ਖਬਰਾਂ ਸਾਹਮਣੇ ਆਈਆਂ ਸਨ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਡਰੱਗ ਦੇ ਸੇਵਨ ਉਹ ਕਰਦੇ ਸਨ ਤਾਂ ਇਸੇ ਡਿਪਰੈਸ਼ਨ ਦੇ ਵਿਚਾਲੇ ਆਪਣੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਉਹਨਾਂ ਦੀ ਕਰੀਬੀ ਰਿਸ਼ਤੇ ਜਗ ਜ਼ਾਹਰ ਨੇ ਅਤੇ ਫਿਰ ਕਰਿਸ਼ਮਾ ਦਾ ਜया ਸਾਹਾ ਨਾਲ ਕਨੈਕਸ਼ਨ ਦੀਪਿਕਾ ਪਾਦੂਕੋਣ ਨੂੰ ਪਰੇਸ਼ਾਨੀ ਵਿੱਚ ਜ਼ਰੂਰ ਪਾ ਸਕਦਾ ਹੈ। ਅੰਦਾਜ਼ੇ ਕਿ ਡਰੱਗ ਚੈਟ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਦੀਪਿਕਾ ਪਾਦੂਕੋਣ ਬੇहद ਚੁੱਪਚਾਪ ਵਿਖਾਈ ਦੇ ਰਹੀ ਹੈ। ਅਕਸਰ ਉਹ ਸੁਰਖੀਆਂ ਵਿੱਚ ਰਹਿੰਦੀ ਹੈ, ਲਗਾਤਾਰ ਇੰਸਟਾਗ੍ਰਾਮ ਤੇ, ਲਗਾਤਾਰ ਟਵਿੱਟਰ ਤੇ ਆਪਣੇ ਟਵੀਟ ਰਾਹੀਂ ਆਪਣੇ ਜਿਹੜੇ ਚਾਹਵਾਨ ਨੇ, ਆਪਣੇ ਫੈਨਸ ਨੇ, ਉਹਨਾਂ ਨੂੰ ਆਕਰਸ਼ਿਤ ਵੀ ਕਰਦੇ ਰਹਿੰਦੇ। ਪਰ ਜਦੋਂ ਤੋਂ ਉਹਨਾਂ ਦਾ ਨਾਮ ਸਾਹਮਣੇ ਆਇਆ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ, ਡਰੱਗਸ ਦੇ ਮਾਮਲੇ ਵਿੱਚ, ਕਿਉਂ ਚੁੱਪ ਨੇ, ਕਿਉਂ ਨਹੀਂ ਸਾਹਮਣੇ ਆ ਰਹੇ? ਇਹ ਵੀ ਇੱਕ ਵੱਡਾ ਸਵਾਲ ਹੈ। ਜੀ ਹਾਂ, ਹਾਲ ਹੀ ਵਿੱਚ ਉਹ ਕਰਨ ਜੋਹਰ ਦੇ ਪ੍ਰੋਡਕਸ਼ਨ ਵਾਲੀ ਅਪਕਮਿੰਗ ਫਿਲਮ ਦੀ ਸ਼ੂਟਿੰਗ ਦੇ ਲਈ ਗੋਆ ਪਹੁੰਚੇ ਹੋਏ ਸਨ। ਪਰ ਹੁਣ ਅਨਟਾਈਟਲ ਫਿਲਮ, ਜੀ ਹਾਂ, ਹਾਲੇ ਤੱਕ ਇਸ ਫਿਲਮ ਦਾ ਨਾਂ ਕੋਈ ਨਹੀਂ ਰੱਖਿਆ ਗਿਆ। ਇਸ ਅਨਟਾਈਟਲ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਦੀਪਿਕਾ ਪਾਦੂਕੋਣ ਨੇ ਪਿਛਲੇ ਹਫਤੇ ਹੀ ਸਿਧਾਂਤ ਚਤੁਰਵੇਦੀ ਅਤੇ ਫਿਰ ਅਨੰਨਿਆ ਪਾਂਡੇ ਦੇ ਨਾਲ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫਿਲਮ ਦਾ ਡਾਇਰੈਕਸ਼ਨ ਸ਼ਕੁਨ ਬੱਤਰਾ ਕਰ ਰਹੇ ਨੇ। ਕੁਝ ਦਿਨ ਪਹਿਲਾਂ ਹੀ ਕਰਨ ਜੋਹਰ ਵੀ ਆਪਣੀ ਮਾਂ ਅਤੇ ਬੱਚਿਆਂ ਦੇ ਨਾਲ ਗੋਆ ਪਹੁੰਚੇ ਹੋਏ ਸਨ। ਫਿਲਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਹੁਣ ਨਸ਼ੇ ਦੀ ਹਨੇਰੀ ਦੁਨੀਆ ਤੱਕ ਪਹੁੰਚ ਗਈ ਹੈ। ਜੀ ਹਾਂ, ਡਰੱਗਸ ਮਾਮਲੇ ਵਿੱਚ ਪਹਿਲਾਂ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਬਾਅਦ ਵਿੱਚ ਰੀਆ ਆਪਣੇ ਆਪ ਸਲਾਖਾਂ ਦੇ ਪਿੱਛੇ ਪਹੁੰਚਦੇ ਚਲੇ ਗਏ, ਜਿਸ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ NCB ਨੇ ਇਸ ਮਾਮਲੇ ਵਿੱਚ 6 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਰੀਆ ਚੱਕਰਵਰਤੀ ਦੇ ਖਿਲਾਫ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਵੀ FIR ਦਰਜ ਹੈ,
ਜਿਸ ਦੀ ਸੀਬੀਆਈ ਜਾਂਚ ਵੀ ਚੱਲ ਰਹੀ ਹੈ। ਐਨਸੀਬੀ ਦੀ ਤਫਤੀਸ਼ ਦੇ ਨਾਲ ਫਿਲਮ ਇੰਡਸਟਰੀ ਵਿੱਚ ਵੀ ਇਸ ਮਾਮਲੇ ਤੇ ਕਾਫੀ ਚਰਚਾ ਛਿੜੀ ਹੋਈ ਹੈ। ਰਾਜ ਸਭਾ ਵਿੱਚ ਵੀ ਸਮਾਜਵਾਦੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਯਾਨੀ ਕਿ ਜया ਬੱਚਨ ਨੇ ਸਿਫਰ ਕਾਲ ਦੇ ਦੌਰਾਨ ਕਿਹਾ ਸੀ ਕਿ ਕੁਝ ਲੋਕਾਂ ਦੇ ਕਾਰਨ ਪੂਰੀ ਦੀ ਪੂਰੀ ਇੰਡਸਟਰੀ ਦਾ ਅਕਸ ਖਰਾਬ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਲੋਕ ਸਭਾ ਵਿੱਚ ਫਿਲਮ ਇੰਡਸਟਰੀ ਨਾਲ ਤਾਲੁਕ ਰੱਖਣ ਵਾਲੇ ਇੱਕ ਲੋਕ ਸਭਾ ਮੈਂਬਰ ਤੇ ਸ਼ਰਮਿੰਦਾ ਵੀ ਨੇ, ਨਾਮ ਨਹੀਂ ਲਿਆ ਸੀ ਉਹਨਾਂ ਨੇ। ਜਦਕਿ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵੀ ਕਿਸ਼ਨ ਨੇ ਵੀ ਲੋਕ ਸਭਾ ਵਿੱਚ ਫਿਲਮ ਇੰਡਸਟਰੀ ਵਿੱਚ ਡਰੱਗ ਦੇ ਇਸਤੇਮਾਲ ਦਾ ਮੁੱਦਾ ਚੁੱਕਿਆ ਸੀ ਅਤੇ ਫਿਰ ਇਸ ਦਿਸ਼ਾ ਵਿੱਚ ਕਰੜੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਨਸ਼ੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਦਿਨਾਂ ਵਿੱਚ ਕਈ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬਟੋ ਰਹੀ ਬਾਲੀਵੁੱਡ ਐਕਟਰ ਕੰਗਨਾ ਰਣੌਤ ਨੇ ਵੀ ਕਹਿ ਦਿੱਤਾ ਸੀ ਕਿ ਬਾਲੀਵੁੱਡ ਦੇ 99% ਲੋਕ ਅਜਿਹੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਨੇ। ਤਾਂ ਦੂਜੇ ਪਾਸੇ ਰਵੀਨਾ ਟੰਡਨ ਨੇ ਕੰਗਨਾ ਰਣੌਤ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਸੀ ਕਿ ਟੋਕਰੀ ਵਿੱਚ ਕੁਝ ਗੰਦੇ ਸੇਬ ਹੋਰਨਾਂ ਨੂੰ ਗੰਦਾ ਨਹੀਂ ਕਰ ਸਕਦੇ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਰ ਬਾਲੀਵੁੱਡ ਐਕਟਰ ਕੰਗਨਾ ਰਣੌਤ ਨੇ ਬਾਲੀਵੁੱਡ ਇੰਡਸਟਰੀ ਤੇ ਇਲਜ਼ਾਮ ਕੀ ਲਗਾਏ ਸਨ। ਸੋ ਐਕਟਰ ਕੰਗਨਾ ਰਣੌਤ ਨੇ 99% ਬਾਲੀਵੁੱਡ ਇੰਡਸਟਰੀ ਤੇ ਨਸ਼ੇੜੀ ਹੋਣ ਦਾ ਇਲਜ਼ਾਮ ਲਗਾਇਆ ਸੀ, ਪਰ ਮੁੰਬਈ ਪੁਲਿਸ ਕੰਗਨਾ ਰਣੌਤ ਦੀ ਵੀ ਜਾਂਚ ਕਰ ਰਹੀ ਹੈ। ਜੀ ਹਾਂ, ਕਿਉਂਕਿ ਕੰਗਨਾ ਦੇ ਕਰੀਬੀ ਦੋਸਤ ਰਹੇ ਅਧਿਅਨ ਸੁਮਨ ਦਾ ਉਹ ਬਿਆਨ ਫਿਰ ਤੋਂ ਚਰਚਾ ਵਿੱਚ ਆ ਗਿਆ, ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਕਿ ਕੰਗਨਾ ਜ਼ਬਰਦਸਤੀ ਉਹਨਾਂ ਨੂੰ ਡਰੱਗਸ ਦੇਣ ਦੀ ਕੋਸ਼ਿਸ਼ ਕਰਦੀ ਸੀ। ਇੱਥੋਂ ਤੱਕ ਕਿ ਕੰਗਨਾ ਦੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਖੁਦ ਕੰਗਨਾ ਰਣੌਤ ਨੇ ਕਬੂਲ ਕੀਤਾ ਕਿ ਉਹ ਡਰੱਗਸ ਲਿਆ ਕਰਦੀ ਸੀ। ਇਸ ਸਭ ਦੇ ਵਿਚਾਲੇ ਅਜਿਹੀਆਂ ਰਿਪੋਰਟਸ ਵੀ ਆ ਰਹੀਆਂ ਨੇ ਕਿ ਬਾਲੀਵੁੱਡ ਦੇ ਕਈ ਸਿਤਾਰਿਆਂ ਤੇ ਐਨਸੀਬੀ ਆਪਣੀ ਤਿੱਖੀ ਨਜ਼ਰ ਰੱਖ ਰਹੀ ਹੈ। ਹਾਲਾਂਕਿ ਐਨਸੀਬੀ ਦੇ ਡਿਪਟੀ ਡਾਇਰੈਕਟਰ ਯਾਨੀ ਕਿ ਕੇਪੀਐਸ ਮਲਹੋਤਰਾ ਦੀ ਮੰਨੀਏ ਤਾਂ ਮਾਮਲੇ ਦੀ ਹਰ ਤਰ੍ਹਾਂ ਨਾਲ ਘੋਖ ਕਰ ਰਹੇ ਨੇ। ਜਾਂਚ ਵਿੱਚ ਕੁਝ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਨੇ। ਮੀਡੀਆ ਵਿੱਚ ਉਹਨਾਂ ਨਾਮਾਂ ਨੂੰ ਲੈ ਕੇ ਜੋ ਕੁਝ ਕਿਹਾ ਜਾ ਰਿਹਾ ਹੈ ਉਹ ਕਿਆਸ ਪਰ ਹੀ ਹੈ, ਪਰ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਏ ਨੇ ਉਹਨਾਂ ਲੋਕਾਂ ਦੀ ਹੁਣ ਜਾਂਚ ਹੋ ਰਹੀ ਹੈ। ਇਸ ਲਈ ਹੁਣੇ ਉਹਨਾਂ ਦੇ ਨਾਂ ਸਾਰਵਜਨਿਕ ਨਹੀਂ ਕੀਤੇ ਜਾ ਸਕਦੇ, ਪਰ ਕਈ ਨਾਂ ਸਾਹਮਣੇ ਵੀ ਆ ਚੁੱਕੇ ਨੇ ਜੋ ਕਿ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ। ਜੀ ਹਾਂ, ਕੇਪੀਐਸ ਮਲਹੋਤਰਾ ਦੇ ਮੁਤਾਬਕ ਜਾਂਚ ਅਤੇ ਫਿਰ ਖੋਜਬੀਨ ਵਿੱਚ ਡਰੱਗਸ ਕਾਰੋਬਾਰੀ, ਪੈਡਲਰ ਅਤੇ ਉਸ ਦਾ ਸੇਵਨ ਕਰਨ ਵਾਲੇ ਫਿਲਮੀ ਕਲਾਕਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੇ ਜਾਲ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮਾਮਲੇ ਵਿੱਚ ਬਾਲੀਵੁੱਡ ਦੇ ਮੰਨੇ ਪਰਮੰਨੇ ਸਿਤਾਰਿਆਂ ਨੇ ਵੀ ਚੁੱਪੀ ਸਾਧ ਰੱਖੀ ਹੈ। ਕਈਆਂ ਨੇ ਸੰਪਰਕ ਕਰਨ ਤੋਂ ਬਾਅਦ ਵੀ ਇਸ ਮੁੱਦੇ ਤੇ ਹਾਲੇ ਤੱਕ ਆਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਲਿਹਾਜ਼ਾ ਸਭ ਜਾਣਦੇ ਨੇ ਕਿ ਉਹਨਾਂ ਦਾ ਇੱਕ ਛੋਟਾ ਜਿਹਾ ਬਿਆਨ ਉਹਨਾਂ ਨੂੰ ਕਿੰਨੀ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਇਸ ਲਈ ਚੁੱਪ ਰਹਿਣਾ ਹੀ ਅੱਜ ਦੇ ਸਮੇਂ ਦਾ ਬਿਹਤਰ ਵਾਲੀ ਗੱਲ ਹੈ। ਹਾਲਾਂਕਿ ਅਦਾਕਾਰ ਸ਼ਰਲਿਨ ਚੋਪੜਾ ਨੇ ਬਾਲੀਵੁੱਡ ਵਿੱਚ ਡਰੱਗਸ ਦੇ ਇਸਤੇਮਾਲ ਕਰਨ ਦੀ ਗੱਲ ਜ਼ਰੂਰ ਕਬੂਲ ਕਰਦਿਆਂ ਹੋਇਆਂ ਕੰਗਨਾ ਰਣੌਤ ਵਰਗਾ ਹੀ ਇਲਜ਼ਾਮ ਲਗਾਇਆ। ਜੀ ਹਾਂ, ਉਹਨਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਨਸ਼ਾ ਜ਼ਰੂਰ ਚੱਲਦਾ ਹੈ, ਪਰ ਉਹਨਾਂ ਲੋਕਾਂ ਦੀ ਗਿਣਤੀ ਸਿਰਫ 5% ਹੀ ਹੋਏਗੀ ਜੋ ਲੋਕ ਨਸ਼ਾ ਨਹੀਂ ਕਰਦੇ ਹੋਣਗੇ। ਜੀ ਹਾਂ, ਸਿਰਫ 5% ਲੋਕ ਉਹ ਨੇ ਜੋ ਕਿ ਨਸ਼ਾ ਨਹੀਂ ਕਰਦੇ। ਸ਼ਰਲਿਨ ਚੋਪੜਾ ਦਾ ਇਹ ਦਾਵਾ ਸਨਸਨੀ ਪਰ ਜ਼ਰੂਰ ਲੱਗਦਾ ਹੈ, ਕਿਉਂਕਿ ਹੁਣ ਤੱਕ ਕਿਸੇ ਵੀ ਅਪਰਾਧਕ ਜਾਂਚ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਵਿੱਚ ਡਰੱਗਸ ਸੇਵਨ ਦੇ ਵਿਆਪਕ ਤੌਰ ਤੇ ਚੱਲਣ ਦੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਈ ਹੈ। ਪਰ ਸ਼ਰਲਿਨ ਚੋਪੜਾ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਫਿਲਮਕਾਰ ਉਹਨਾਂ ਨੂੰ ਪਾਰਟੀਆਂ ਵਿੱਚ ਜ਼ਰੂਰ ਬੁਲਾਉਂਦੇ ਸਨ ਤਾਂ ਉਹਨਾਂ ਨੂੰ ਅਜਿਹਾ ਲੱਗਦਾ ਸੀ ਕਿ ਉੱਥੇ ਜਾਣ ਨਾਲ ਨੈਟਵਰਕਿੰਗ ਹੁੰਦੀ ਹੈ, ਲੋਕਾਂ ਨੂੰ ਲੋਕਾਂ ਦੇ ਨਾਲ ਜਾਣ ਪਛਾਣ ਵੱਧਦੀ ਹੈ, ਜਿਸ ਦੇ ਨਾਲ ਕੰਮ ਮਿਲਣ ਵਿੱਚ ਸੌਖ ਵੀ ਹੁੰਦੀ ਹੈ। ਪਰ ਜਦੋਂ ਸ਼ਰਲਿਨ ਚੋਪੜਾ ਨੇ ਉੱਥੇ ਵੇਖਿਆ ਕਿ ਬਾਲੀਵੁੱਡ ਪਾਰਟੀਆਂ ਵਿੱਚ ਨੈਟਵਰਕਿੰਗ ਘੱਟ ਅਤੇ ਨਸ਼ਾ ਜ਼ਿਆਦਾ ਵਿਖਾਈ ਦਿੰਦਾ ਹੈ ਤਾਂ ਉਹਨਾਂ ਨੇ ਅਜਿਹੀਆਂ ਪਾਰਟੀਆਂ ਵਿੱਚ ਜਾਣਾ ਹੀ ਛੱਡ ਦਿੱਤਾ। ਜੀ ਹਾਂ, ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਨੇ ਵੀ ਮੰਨਿਆ ਕਿ ਚੋਰੀ ਛੁਪੇ ਇਸ ਤਰ੍ਹਾਂ ਦੇ ਨਸ਼ਿਆਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਜਦੋਂ ਇਹ ਮਾਮਲੇ ਸਾਹਮਣੇ ਆ ਜਾਂਦੇ ਨੇ ਤਾਂ ਏਜੰਸੀਆਂ ਦੇ ਹੱਥਾਂ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਫਿਰ ਏਜੰਸੀਆਂ ਜਾਂਚ ਪੜਤਾਲ ਕਰਦੀਆਂ ਨੇ, ਜਿਵੇਂ ਕਿ ਇਸ ਮਾਮਲੇ ਵਿੱਚ ਹੋ ਵੀ ਰਿਹਾ। ਜਾਂਚ ਵਿੱਚ ਜੋ ਵੀ ਇਸ ਵਿੱਚ ਸ਼ੱਕੀ ਪਾਇਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ। ਐਨਸੀਬੀ ਨੇ ਇਸ ਗੱਲ ਵੱਲ ਸਾਫ਼-ਸਾਫ਼ ਇਸ਼ਾਰਾ ਕੀਤਾ ਹੈ। ਹਾਲਾਂਕਿ ਅਦਾਕਾਰ ਸ਼ਰਲਿਨ ਚੋਪੜਾ ਦਾ ਮੰਨਣਾ ਹੈ ਕਿ ਜਾਂਚ ਪੜਤਾਲ ਨਾਲ ਕੁਝ ਖਾਸ ਹੋਣ ਵਾਲਾ ਨਹੀਂ ਹੈ। ਉਹਨਾਂ ਨੇ ਵੀ ਦੱਸਿਆ ਕਿ ਐਨਸੀਬੀ ਦੀ ਜਾਂਚ ਨਾਲ ਪੈਡਲਰਸ, ਡੀਲਰਸ ਦੇ ਨਾਂ ਸਾਹਮਣੇ ਜ਼ਰੂਰ ਆਉਣਗੇ, ਪਰ ਉਹਨਾਂ ਵਿੱਚੋਂ ਕੁਝ ਲੋਕ ਸਮਾਂ ਕੱਢ ਕੇ ਲੁਕ ਜਾਣਗੇ, ਕਿਉਂਕਿ ਜਿਵੇਂ ਹੀ ਇਹ ਮਾਮਲਾ ਸ਼ਾਂਤ ਹੋਏਗਾ ਇਹ ਲੋਕ ਬਾਹਰ ਨਿਕਲ ਆਉਣਗੇ ਅਤੇ ਫਿਰ ਆਪਣੇ ਕੰਮ ਤੇ ਮੁੜ ਤੋਂ ਲੱਗ ਜਾਣਗੇ। ਜ਼ਾਹਿਰ ਤੌਰ ਤੇ ਹਰ ਕੋਈ ਛੁਪਣਾ ਚਾਹੇਗਾ ਕਿਉਂਕਿ ਉਹਨਾਂ ਦੇ ਨਾਂ ਵੀ ਹੋ ਸਕਦਾ ਸਾਹਮਣੇ ਆਉਣ, ਪਰ ਚੰਗੀ ਗੱਲ ਇਹ ਹੈ ਕਿ ਇਸ ਸਮੇਂ ਲਾਕਡਾਊਨ ਦੀ परिस्थितियां सामने ने, कोई भी
बाहर मुल्क छड़ के इन्ने सौखी तरीके नाल जा नहीं सकता। उसको दो चीज़ां होनियां चाहिए ने। पहली गल वो दूजे मुल्क का सिटीजन होना चाहिए या फिर उसको PR होना चाहिए। तीजी कैटेगरी का जिहड़ा शख्स है जो कि इस मुल्क तो बाहर भजना चाहता है उसनों बहुत करड़ी प्रतिक्रिया तो गुजरना पड़ेगा। एक चंगी गल जरूर है यानी कि कोई भी इस समय मुल्क छड़ के आसानी ना नहीं जा सकता। हुण तुहानूं दस दिंदे हां कि बॉलीवुड विच ड्रग्स ਅਤੇ ਫਿਰ ਨਸ਼ੇ ਦਾ ਚਰਚਿਤ ਮਾਮਲਿਆਂ ਦੀ ਅਸਲ ਸੱਚਾਈ ਕੀ ਹੈ, ਕਿਉਂਕਿ ਅਸਲ ਸੱਚਾਈ ਜਦ ਤੱਕ ਤੁਸੀਂ ਨਹੀਂ ਜਾਣੋਗੇ ਤਦ ਤੱਕ ਇਹ ਮੁੱਦਾ ਅੱਧ ਵਿਚਾਲੇ ਹੀ ਲਟਕਦਾ ਵਿਖਾਈ ਦੇਵੇਗਾ। ਸੋ ਬਾਲੀਵੁੱਡ ਵਿੱਚ ਡਰੱਗਸ ਦੇ ਮਾਮਲਿਆਂ ਨੇ ਕਈ ਵਾਰ ਤੂਲ ਫੜਿਆ। ਹਾਲਾਂਕਿ ਅਪਰਾਧਕ ਤੌਰ ਤੇ ਕਿਸੇ ਤਰ੍ਹਾਂ ਦੀ ਗੰਭੀਰ ਜਾਂਚ ਵਿੱਚ ਕੁਝ ਵੀ ਸਾਬਤ ਹੋ ਹੀ ਨਹੀਂ ਸਕਿਆ। उन फिल्म जगत ਦੀਆਂ कुछ खास हस्तियां ਨੂੰ ड्रग्स से चलदियां जेल भी जाना पिया ਤਾਂ कई हस्तियां ने ड्रग्स रिहैबिलिटेशन ਵਿੱਚ ਆਪਣਾ इलाज करवाया। एक्टर संजय दत्त ਨੂੰ कौन नहीं जानता। जी हां, एक्टर संजय दत्त ਦਾ ड्रग्स ਲੈਣਾ ਤਾਂ ਬਾਲੀਵੁੱਡ ਸਿਤਾਰਿਆਂ ਵਿੱਚ ਸਭ ਤੋਂ ਚਰਚਿਤ ਮਾਮਲਾ ਰਿਹਾ। ਉਹਨਾਂ ਦੇ ਪਿਤਾ ਸੁਨੀਲ ਦੱਤ ਸੰਜय दत्त ਨੂੰ ਰਿਹੈਬ ਸੈਂਟਰ ਵੀ ਲੈ ਕੇ ਗਏ, ਜਿਸ ਤੋਂ ਬਾਅਦ संजय दत्त ਨੇ ਬਾਲੀਵੁੱਡ ਵਿੱਚ ਮੁੜ ਤੋਂ ਆਪਣੀ ਵਾਪਸੀ ਕੀਤੀ ਸੀ। संजय दत्त ਦੀ ਜ਼ਿੰਦਗੀ ਤੇ ਬਣੀ ਫਿਲਮ ਸੰਜੂ ਵਿੱਚ ਵੀ ਇਸ ਦਾ ਜ਼ਿਕਰ ਸਾਫ਼ ਕੀਤਾ ਗਿਆ। ਹੁਣ ਤੁਹਾਨੂੰ ਯਾਦ ਕਰਵਾਉਂਦੇ ਹਾਂ ਪ੍ਰਤੀਕ ਬੱਬਰ ਦੀ। ਰਾਜ ਬੱਬਰ ਅਤੇ ਫਿਰ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ ਵੀ ਕਬੂਲ ਕੀਤਾ ਸੀ ਕਿ 13 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਲੈਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਰੀਹੈਬ ਸੈਂਟਰ ਵਿੱਚ ਇਲਾਜ ਕਰਾ ਕੇ ਡਰੱਗਸ ਤੋਂ ਛੁਟਕਾਰਾ ਪਾਇਆ। ਪ੍ਰਤੀਕ ਬੱਬਰ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਸਨ ਕਿ ਉਹ ਡਰੱਗਸ ਦੇ ਇਸਤੇਮਾਲ ਤੋਂ ਬਾਅਦ ਵੀ ਫਿਰ ਤੋਂ ਇੱਕ ਆਮ ਜ਼ਿੰਦਗੀ ਵਿੱਚ ਇਲਾਜ ਤੋਂ ਬਾਅਦ ਪਰਤ ਪਾਏ। ਤੁਹਾਨੂੰ ਯਾਦ ਹੈ ਫਰਦੀਨ ਖਾਨ? जी हाँ, फिरोज खान के बेटे फरदीन खान ਨੂੰ ਸਾਲ 2001 ਵਿੱਚ ਮੁੰਬਈ ਪੁਲਿਸ ਨੇ ਡਰੱਗਸ ਦੇ ਨਾਲ ਹੀ ਫੜਿਆ ਸੀ। ਫਰਦੀਨ ਖਾਨ ਦਾ ਮਾਮਲਾ ਅਦਾਲਤ ਤੱਕ ਜਾ ਪਹੁੰਚਿਆ ਸੀ, ਜਿੱਥੇ ਉਹਨਾਂ ਨੇ ਰੀਹੈਬ ਸੈਂਟਰ ਤੋਂ ਆਪਣਾ ਇਲਾਜ ਕਰਵਾਉਣ ਦੀ ਗੱਲ ਸਵੀਕਾਰ ਵੀ ਕੀਤੀ ਸੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ ਅਤੇ ਬਾਇਜ਼ਤ ਬਰੀ ਕਰ ਦਿੱਤੇ ਗਏ ਸਨ। ਮਸ਼ਹੂਰ ਡੀਜੇ ਅਕੀਲ ਨੂੰ ਕੌਣ ਨਹੀਂ ਜਾਣਦਾ। ਜੀ ਹਾਂ, ਬੀਤੇ ਸਮੇਂ ਦੇ ਸਿਤਾਰੇ ਸੰਜੇ ਖਾਨ ਦੇ ਜਵਾਈ ਯਾਨੀ ਕਿ ਡੀਜੇ ਅਕੀਲ साल 2007 ਵਿੱਚ ਦੁਬਈ ਵਿੱਚ ਪਾਬੰਦੀਸ਼ੁਦਾ ਡਰੱਗ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਏ ਗਏ ਸਨ। ਹਾਲਾਂਕਿ ਬਾਅਦ ਵਿੱਚ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਪ੍ਰਮਾਣ ਨਾ ਮਿਲਣ ਤੋਂ ਬਾਅਦ ਉਹਨਾਂ ਨੂੰ ਇਹਨਾਂ ਇਲਜ਼ਾਮਾਂ ਤੋਂ ਬਰੀ ਵੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਚਰਚਿਤ ਕਰੈਕਟਰ ਆਰਟਿਸਟ ਫਤਿਹ ਰਾਜ ਨੂੰ ਸਾਲ 2005 ਵਿੱਚ ਦੁਬਈ ਵਿੱਚ ਡਰੱਗ ਸੇਵਨ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਫਤਿਹ ਉਸ ਸਮੇਂ ਫਿਲਮ ਦੀਵਾਨੇ ਹੋਏ ਪਾਗਲ ਦੀ ਸ਼ੂਟਿੰਗ ਕਰਨ ਗਏ ਸਨ। ਹਾਲਾਂਕਿ ਫਤਿਹ ਰਾਜ ਨੇ ਇਸ ਮਾਮਲੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਨਿਰਦੋਸ਼ ਹੀ ਦੱਸਿਆ ਸੀ। ਹੁਣ ਤੁਹਾਨੂੰ ਯਾਦ ਕਰਵਾਉਂਦੇ ਹਾਂ ਰਾਹੁਲ ਮਹਾਜਨ ਦੀ। ਜੀ ਹਾਂ, ਇੱਕ ਦੌਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਰਹੇ, ਕਦਾਵਰ ਨੇਤਾ ਰਹੇ ਪ੍ਰਮੋਦ ਮਹਾਜਨ ਦੇ ਬੇਟੇ ਅਤੇ ਫਿਰ ਟੀਵੀ ਸ਼ੋਅ ਬਿਗ ਬੌਸ ਤੋਂ ਚਰਚਾ ਵਿੱਚ ਰਾਹੁਲ ਮਹਾਜਨ ਦਾ ਨਾਮ ਵੀ ਡਰੱਗਸ ਨਾਲ ਜੁੜਿਆ ਹੋਇਆ। ਰਾਹੁਲ ਮਹਾਜਨ ਤੇ ਡਰੱਗਸ ਲੈਣ ਦੇ ਇਲਜ਼ਾਮ ਵੀ ਲੱਗਿਆ ਤੇ ਫਿਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਉਹਨਾਂ ਦੇ ਇਲਜ਼ਾਮ ਲੱਗੇ ਸਨ ਕਿ ਡਰੱਗਸ ਦੇ ਓਵਰਡੋਜ਼ ਦੇ ਕਾਰਨ ਹੀ ਉਹਨਾਂ ਦੀ ਤਬੀਅਤ ਵਿਗੜੀ ਸੀ ਅਤੇ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਪਰ ਭਾਵੇਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਸੀ। ਅਕਸਰ ਤੁਸੀਂ ਪਾਰਟੀ ਦਾ ਮਜ਼ਾ ਤਾਂ ਜ਼ਰੂਰ ਲਿਆ ਹੋਵੇਗਾ, ਤਾਂ ਚਲੋ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ ਮੁੰਬਈ ਦੀਆਂ ਪਾਰਟੀਆਂ। ਮੁੰਬਈ ਵਿੱਚ ਫਿਲਮ ਸਿਤਾਰਿਆਂ ਦੀ ਪਾਰਟੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿੱਥੇ ਵੱਖ-ਵੱਖ ਪ੍ਰਕਾਰ ਨਾਲ ਲੋਕਾਂ ਦਾ ਮਨੋਰੰਜਨ ਹੁੰਦਾ ਹੈ। ਕਦੇ ਫਿਲਮਾਂ ਦੀ ਸਫਲਤਾ ਦੇ ਨਾਂ ਤੇ ਤਾਂ ਕਦੇ ਫਿਲਮਾਂ ਦੇ ਮਹੂਰਤ ਦੇ ਨਾਂ ਤੇ ਵੀ ਪਾਰਟੀਆਂ ਹੁੰਦੀਆਂ ਨੇ, ਜਿੱਥੇ ਫਿਲਮ ਦੀ ਟੀਮ ਦੇ ਨਾਲ ਮੀਡੀਆ ਵੀ ਨਜ਼ਰ ਆਉਂਦੀ ਹੈ। ਅਜਿਹੀਆਂ ਪਾਰਟੀਆਂ ਵਿੱਚ ਸਿਤਾਰਿਆਂ ਦੀ ਚਕਾਚੌਂਧ ਹੁੰਦੀ ਹੈ ਤੇ ਫਿਰ ਸ਼ਰਾਬ ਦੀਆਂ ਬੋਤਲਾਂ ਵੀ ਵਿਖਾਈ ਦਿੰਦੀਆਂ ਨੇ, ਪਰ ਡਰੱਗਸ ਨਹੀਂ ਹੁੰਦਾ। ਮੀਡੀਆ ਦੀ ਹਾਜ਼ਰੀ ਵਿੱਚ ਸਿਤਾਰੇ ਆਪਣੇ ਜਨਮ ਦਿਨ ਦੀਆਂ ਪਾਰਟੀਆਂ ਵੀ ਮਨਾਉਂਦੇ ਨੇ, ਉੱਥੇ ਵੀ ਅਜਿਹਾ ਕੋਈ ਨਜ਼ਾਰਾ ਵਿਖਾਈ ਨਹੀਂ ਦਿੰਦਾ, ਯਾਨੀ ਕਿ ਨਸ਼ੇ ਦੂਰ ਰੱਖੇ ਜਾਂਦੇ ਹੁੰਦੇ ਨੇ। ਯਾਦ ਰੱਖਣਾ, ਨਸ਼ੇ ਕਿਉਂ ਦੂਰ ਰੱਖੇ ਜਾਂਦੇ ਹੁੰਦੇ ਨੇ? ਕਿਉਂਕਿ ਉਹਨਾਂ ਪਾਰਟੀਆਂ ਵਿੱਚ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਹੁੰਦਾ ਹੈ ਮੀਡੀਆ ਦੇ ਮੁਲਾਜ਼ਮਾਂ ਨੂੰ। ਉੱਥੇ ਨਸ਼ਾ ਲੈਣਗੇ ਤਾਂ ਅਗਲੇ ਦਿਨ ਦੀ ਅਖਬਾਰਾਂ ਵਿੱਚ ਛਪ ਜਾਏਗਾ, ਨਾਲ ਦੇ ਨਾਲ ਟੀਵੀ ਵਿੱਚ ਪ੍ਰਸਾਰਿਤ ਹੋ ਜਾਏਗਾ, ਸੋਸ਼ਲ ਚੈਨਲਸ ਤੇ ਲਗਾਤਾਰ ਉਹਨਾਂ ਹੀ ਸਿਤਾਰਿਆਂ ਦੀਆਂ ਤਸਵੀਰਾਂ ਜਗ ਜ਼ਾਹਰ ਹੋ ਜਾਣਗੀਆਂ। ਤਾਂ ਸਭ ਤੋਂ ਵੱਡਾ ਸਵਾਲ ਇਹ ਜ਼ਰੂਰ ਉੱਠਦਾ ਹੈ ਕਿ ਹੋ ਸਕਦਾ ਹੈ ਕਿ ਆਖਰ ਕਿਹੜੀਆਂ ਪਾਰਟੀਆਂ ਵਿੱਚ ਡਰੱਗਸ ਦੇ ਇਸਤੇਮਾਲ ਦੀਆਂ ਖਬਰਾਂ ਆਉਂਦੀਆਂ ਨੇ। ਜੀ ਹਾਂ, ਦਰਅਸਲ ਫਿਲਮੀ ਸਿਤਾਰੇ ਪ੍ਰਾਈਵੇਟ ਪਾਰਟੀਆਂ ਦਾ ਪ੍ਰਬੰਧ ਵੀ ਕਰਦੇ ਨੇ, ਜਿੱਥੇ ਮੀਡੀਆ ਨੂੰ ਨਹੀਂ ਬੁਲਾਇਆ ਜਾਂਦਾ। ਇਸ ਦੇ ਇਲਾਵਾ ਡਿਸਕੋਥੀਕਸ ਅਤੇ ਪਬ ਵਿੱਚ ਵੀ ਖੂਬ ਪਾਰਟੀਆਂ ਮਨਾਈਆਂ ਜਾਂਦੀਆਂ ਨੇ। ਮੁੰਬਈ ਵਿੱਚ ਰੇਵ ਪਾਰਟੀਆਂ ਵੀ ਖੂਬ ਹੁੰਦੀਆਂ ਨੇ। ਬਾਲੀਵੁੱਡ ਵਿੱਚ ਨਸ਼ੇ ਦਾ ਕਨੈਕਸ਼ਨ ਕਦੇ-ਕਦੇ ਤਾਂ ਦੁਨੀਆ ਦੇ ਸਾਹਮਣੇ ਆਉਂਦਾ ਹੈ, ਪਰ ਜ਼ਿਆਦਾਤਰ ਮੌਕਿਆਂ ਦੇ ਸਾਹਮਣੇ ਨਹੀਂ ਆ ਪਾਉਂਦਾ। ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਹੁਣ ਬਾਲੀਵੁੱਡ ਵਿੱਚ ਡਰੱਗਸ ਦੀ ਜਾਂਚ ਤੱਕ ਜਾ ਪਹੁੰਚੀ ਹੈ ਤੇ ਫਿਰ ਇਸ ਪੂਰੀ ਪ੍ਰਕਿਰਿਆ ਵਿੱਚ
ਇਸ ਕੇਸ ਨਾਲ ਸੰਬੰਧਿਤ ਲੋਕਾਂ ਦੀ WhatsApp ਚੈਟ ਵੀ ਮੀਡੀਆ ਵਿੱਚ ਲੀਕ ਹੋ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਚੈਟ ਕੁਝ ਸਾਲ ਪੁਰਾਣੀ ਹੈ ਜੋ डिलीट हो चुकी सी, पर जांच एजेंसियां ने उसको हासिल कर लिया। जी हां, तो अंदाजिए कि इस पूरे विच हाल ही विच अदाकारा दीपिका पादुकोण दी एक WhatsApp चैट मीडिया विच विखाई दित्ती सी, जिथे कथित तौर ते वो किसी तो ड्रग्स मंगदे विखाई दे रहे ने। कुछ साल पुरानी यह चैट दसी जा रही है, पर जांच एजेंसियां ने इसको हासिल जरूर कर लिया। पर वड्डा सवाल यह है कि यह आखिर संभव किवें हो पाया। जो चैट डिलीट हो चुकी है WhatsApp तो उसको किस तरह नेशनल कंट्रोल जो है नारकोटिक्स कंट्रोल ब्यूरो किस तरह हासिल कर सकता है, सीबीआई किस तरह हासिल कर सकता है। एक ही ये जानकारी खुद WhatsApp ने जांच एजेंसियां नाल शेयर की या फिर किसी होर तरीके नाल ये चैट मीडिया तक पहुंचाई गई। वड्डा सवाल यह भी है कि WhatsApp प्राइवेसी ਨੂੰ ਲੈ ਕੇ जो दावे करता है कि ਉਹਨਾਂ ਤੇ ਖਰਾ ਵੀ ਉਤਰਦਾ ਹੈ कि WhatsApp मैसेज स्टोर करता है। चलो इसका जवाब ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਦੱਸਿਆ WhatsApp ਦੀ ਪ੍ਰਾਈਵੇਸੀ ਪਾਲਿਸੀ ਦੇ ਮੁਤਾਬਕ ਕੰਪਨੀ ਇੱਕੋ ਜਿਹੇ ਤੌਰ ਤੇ ਯੂਜ਼ਰ ਦੇ ਮੈਸੇਜ ਨਹੀਂ ਰੱਖਦੀ। ਜੀ ਹਾਂ, ਇੱਕ ਵਾਰ ਜੇਕਰ ਯੂਜ਼ਰ ਦਾ ਮੈਸੇਜ ਡਿਲੀਵਰ ਹੋ ਜਾਂਦਾ, ਜੀ ਹਾਂ ਡਿਲੀਵਰ ਹੋ ਜਾਂਦਾ ਤਾਂ ਉਹ ਉਹਨਾਂ ਦੇ ਸਰਵਰ ਤੋਂ ਵੀ ਡਿਲੀਟ ਹੋ ਜਾਂਦਾ। ਜੇਕਰ ਕੋਈ ਪਿਆਰਾ ਜਿਹਾ ਵੀਡੀਓ ਜਾਂ ਕੋਈ ਫੋਟੋ ਬਹੁਤ ਸਾਰੇ ਯੂਜ਼ਰ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਹੁੰਦੇ ਨੇ ਤਾਂ ਕੰਪਨੀ ਆਪਣੇ ਸਰਵਰ ਵਿੱਚ ਉਸ ਨੂੰ ਲੰਬੇ ਸਮੇਂ ਤੱਕ ਜ਼ਰੂਰ ਰੱਖ ਸਕਦੀ ਹੈ। यूजर के मैसेज इनक्रिप्टेड होंगे ने, जिसका मतलब साफ है कि एक डिवाइस तो दूसरे डिवाइस तक मैसेज पहुंचाने दे विच WhatsApp या फिर कोई थर्ड पार्टी उसको नहीं फड़ सकती। यूजर की परफॉर्मेंस संबंधित जानकारी भी WhatsApp इकट्ठी करता है, जिवें यूजर WhatsApp ਨੂੰ किवें इस्तेमाल करता है, किवें दूसरे नाल संवाद करता है। WhatsApp ਤੁਹਾਡੀ जानकारी इकट्ठी कर सकता है, इस्तेमाल कर सकता है, उसको स्टोर भी कर सकता है, शेयर भी कर सकता है जेकर उसको लगता है कि यह कुछ मामलों में जरूरी है। सो किस तरह के मामलों में WhatsApp ਤੁਹਾਡੇ मैसेज स्टोर कर सकता है, यह भी ਤੁਹਾਨੂੰ ਅਸੀਂ ਦੱਸਦੇ ਹਾਂ। जी हाँ, नंबर 1, नंबर 2, नंबर 3 ਪੜਾਵਾਂ ਵੱਲ ਜਾਵਾਂਗੇ। सो नंबर 1 है ਕਿਸੇ ਕਾਨੂੰਨੀ ਪ੍ਰਕਿਰਿਆ ਦੇ ਲਈ ਜਾਂ ਫਿਰ ਸਰਕਾਰ ਦੀ ਅਪੀਲ ਤੇ ਮੈਸੇਜ ਸਟੋਰ ਕੀਤੇ ਜਾ ਸਕਦੇ ਨੇ। ਆਪਣੇ ਨਿਯਮਾਂ ਨੂੰ ਲਾਗੂ ਕਰਨ ਲਈ ਜਾਂ ਫਿਰ ਕਿਸੇ ਹੋਰ ਨਿਯਮ ਜਾਂ ਨੀਤੀ ਨੂੰ ਲਾਗੂ ਕਰਨ ਦੇ ਲਈ ਜਾਂ ਫਿਰ ਕਿਸੇ ਉਲੰਘਣਾ ਜਾਂ ਉਲੰਘਣਾ ਦੀ ਜਾਂਚ ਲਈ ਵੀ ਇਹ ਮੈਸੇਜ ਸਟੋਰ ਹੋ ਸਕਦੇ ਨੇ। ਨੰਬਰ 3, ਕਿਸੇ ਧੋਖਾਧੜੀ ਜਾਂ ਫਿਰ ਗੈਰ ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਦੇ ਲਈ, ਇਸ ਵਿੱਚ ਜਾਂਚ ਦੇ ਲਈ, ਬਚਾਅ ਦੇ ਲਈ, ਸੁਰੱਖਿਆ ਅਤੇ ਫਿਰ ਤਕਨੀਕੀ ਵਜ੍ਹਾ ਨਾਲ ਵੀ ਮੈਸੇਜ ਸਟੋਰ ਕੀਤੇ ਜਾ ਸਕਦੇ ਨੇ। ਆਪਣੇ ਯੂਜ਼ਰਸ WhatsApp, Facebook ਦੀਆਂ ਕੰਪਨੀਆਂ ਦੇ ਅਧਿਕਾਰਾਂ ਅਤੇ ਫਿਰ ਜਾਇਦਾਦ ਦੀ ਰੱਖਿਆ ਦੇ ਲਈ ਵੀ ਉਹਨਾਂ ਦੀ ਸੁਰੱਖਿਆ ਦੇ ਲਈ WhatsApp ਮੈਸੇਜ ਸਟੋਰ ਕਰ ਸਕਦਾ ਹੈ। इस बारे में WhatsApp का कहना है कि वो सर्विस देने दे इक्को ਜਿਹੇ क्रम ਵਿੱਚ ਤਾਂ मैसेज स्टोर नहीं करता, पर विशेष परिस्थितियां ਵਿੱਚ ਉਹ ਅਜਿਹਾ ਜ਼ਰੂਰ ਕਰ ਸਕਦਾ ਤੇ ਉਸ ਨੂੰ ਸ਼ੇਅਰ ਵੀ ਕਰ ਸਕਦਾ ਹੈ। पर ਵੱਡਾ ਸਵਾਲ ਸੀ कि दीपिका पादुकोण ਦੀ WhatsApp ਚੈਟ ਆਖਰ ਲੀਕ ਕਿਸ ਤਰ੍ਹਾਂ ਹੋ ਰਹੀ ਹੈ। ਸੋ ਬਾਲੀਵੁੱਡ ਦੇ ਡਰੱਗਸ ਮਾਮਲੇ ਵਿੱਚ ਚੈਟ ਲੀਕ ਹੋਣ ਦੇ 3 ਪਹਿਲੂ ਨੇ। ਪਹਿਲਾ ਪਹਿਲੂ ਕੀ ਹੈ ਤੁਹਾਨੂੰ ਦੱਸਿਆ कि ਇਹ ਚੈਟ लीक किमें हो रही है। दूजा, लीक होना कानूनन ठीक भी है या नहीं। तीजा, WhatsApp की जो सुरक्षा प्रणाली है वो गाहकां लई ठीक है या नहीं। सो ये 3 ने। सो WhatsApp का इनक्रप्शन सिर्फ एक बिंदु तो दूजे बिंदु तक है, यानी कि एक फोन तो दूजे फोन ते WhatsApp के जरिए भेजा जाने वाला कोई मैसेज WhatsApp या फिर कोई तीजी सरकारी या गैर सरकारी पार्टी नहीं पढ़ सकती, पर उसके बाद मैसेज दोनों मोबाइल डिवाइस विच रहता है। ਉੱਥੇ ਮੈਸੇਜ ਡਿਲੀਟ ਹੋਣ ਦੇ ਬਾਅਦ ਵੀ ਮੈਸੇਜ ਨੂੰ ਕੱਢਿਆ ਜਾ ਸਕਦਾ ਹੈ। ਹੁਣ ਤੁਸੀਂ ਪੁੱਛੋਗੇ ਕਿ ਆਖਰ ਇਹ ਕਿਵੇਂ ਸੰਭਵ ਹੈ। ਤਾਂ ਜਵਾਬ ਹੈ ਕਿ ਕਈ ਵਾਰ WhatsApp ਵਿੱਚ ਯੂਜ਼ਰ ਨੇ ਆਰਕਾਈਵ ਦਾ ਵਿਕਲਪ ਜਿਹੜਾ ਹੈ ਉਹ ਰੱਖਿਆ ਹੁੰਦਾ, ਉਸ ਨੂੰ ਐਕਟੀਵੇਟ ਕੀਤਾ ਹੁੰਦਾ, ਜਿਸ ਨਾਲ ਉਹਨਾਂ ਦੀ ਚੈਟ Google ਡਰਾਈਵ ਜਾਂ ਫਿਰ ਫੋਨ ਦੇ ਕਿਸੇ ਡਰਾਈਵ ਵਿੱਚ ਸੇਵ ਹੁੰਦੀ ਰਹਿੰਦੀ ਹੈ, ਸਟੋਰ ਹੁੰਦੀ ਰਹਿੰਦੀ ਹੈ। ਉਹਨਾਂ ਨੇ ਚੈਟ ਬੈਕਅਪ ਦਾ ਵਿਕਲਪ ਵੀ ਰੱਖਿਆ ਹੁੰਦਾ। जी हाँ, जिस नाल वो चैट फोन विच मौजूद होती है। साइबर एक्सपर्ट कहते हैं कि फिलहाल इस ड्रग्स मामले विच कई गिरफ्तारियां हो रही ने, पुछगिछ हो रही है। हुण तक तो यही लग रहा है कि इन्हां लोकां दे मोबाइल डिवाइस वालों चैट से स्क्रीनशॉट लाए गए ने या फिर उन्हां नूं फोन दी ड्राइव तो कढ़िया गया। हुण सवाल यह भी पैदा होंदा है कि जांच एजेंसियां वालों जानकारी सांझी की जा सकती है या नहीं। सो साइबर कानून एक्सपर्ट का मानना है कि अजिहा कोई प्रमाण नहीं है कि WhatsApp अपनी प्राइवेसी पॉलिसी के उलट मैसेज स्टोर करता है।
ਜ਼ਿਆਦਾਤਰ ਜੋ ਲੀਕਸ ਹੁੰਦੇ ਨੇ WhatsApp ਦੀ ਸੁਰੱਖਿਆ ਵਿੱਚ ਪਾਰ ਤੋਂ ਨਹੀਂ ਸਗੋਂ ਥਰਡ ਪਾਰਟੀ ਦੇ ਕਾਨੂੰਨੀ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਤੋਂ ਜਾਣਕਾਰੀ ਹਾਸਲ ਕਰਨ ਨਾਲ ਹੁੰਦੇ ਨੇ। ਵਿਰਾਗ ਗੁਪਤਾ ਕਹਿੰਦੇ ਨੇ ਕਿ ਜਾਂਚ ਏਜੰਸੀਆਂ WhatsApp ਤੋਂ ਵੀ ਚੈਟ ਲੈ ਸਕਦੀਆਂ ਨੇ, ਪਰ ਉਸ ਦੀ ਇਹ ਪ੍ਰਕਿਰਿਆ ਅਤੇ ਜਾਂਚ ਏਜੰਸੀਆਂ ਡਾਟਾ ਲੈਣ ਲਈ ਅਧਿਕਾਰਤ ਵੀ ਨੇ। ਨਾਲ ਹੀ ਡਾਟਾ ਕਿਵੇਂ ਉਹਨਾਂ ਤੱਕ ਪੜਿਆ ਇਹ ਉਹਨਾਂ ਨੂੰ ਚਾਰਜਸ਼ੀਟ ਵਿੱਚ ਦੱਸਣਾ ਜ਼ਰੂਰ ਪਏਗਾ। ਜਿੱਥੇ ਤੱਕ WhatsApp ਦੀ ਪਾਲਿਸੀ ਦੀ ਗੱਲ ਹੈ ਤਾਂ ਉਹ ਕਿਸੇ ਜਾਂਚ ਏਜੰਸੀ ਦੀ ਅਪੀਲ ਉੱਤੇ ਕਿਸੇ ਵਿਅਕਤੀ ਦੇ ਮੈਸੇਜ ਸਟੋਰ ਵੀ ਕਰ ਸਕਦੇ ਨੇ ਅਤੇ ਸ਼ੇਅਰ ਵੀ ਕਰ ਸਕਦੇ ਨੇ, ਪਰ ਤਾਂ ਹੀ ਜੇਕਰ ਉਸ ਸਮੇਂ ਤੱਕ ਯੂਜ਼ਰ ਨੇ ਮੈਸੇਜ ਉਹਨਾਂ ਦੀ ਸਰਵਿਸ ਤੋਂ ਡਿਲੀਟ ਨਾ ਕੀਤੇ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਾਂਚ ਏਜੰਸੀਆਂ ਤੇ ਮੈਸੇਜ ਲੀਕ ਨੂੰ ਲੈ ਕੇ ਕੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸੋ ਇਸ ਸਵਾਲ ਦਾ ਜਵਾਬ ਇਹ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਯਾਨੀ ਕਿ 2000 ਦਾ ਸੈਕਸ਼ਨ 72 ਕਹਿੰਦਾ ਹੈ ਕਿ ਇਸ ਕਾਨੂੰਨ ਦੇ ਤਹਿਤ ਜਿਸ ਵਿਅਕਤੀ ਨੂੰ ਕਿਸੇ ਦਾ ਇਲੈਕਟ੍ਰੋਨਿਕ ਰਿਕਾਰਡ, ਕਿਤਾਬ, ਜਾਣਕਾਰੀ, ਦਸਤਾਵੇਜ਼ ਰੱਖਣ ਦੀ ਸ਼ਕਤੀ ਦਿੱਤੀ ਗਈ ਹੈ ਤਾਂ ਉਹ ਉਸ ਦੀ ਸਹਿਮਤੀ ਦੇ ਬਿਨਾਂ ਕਿਸੇ ਹੋਰ ਨੂੰ ਇਹ ਸਭ ਦੇ ਦਿੰਦੇ ਨੇ ਤਾਂ ਉਸ ਨੂੰ 2 ਸਾਲ ਤੱਕ ਦੀ ਸਜ਼ਾ ਜਾਂ ਫਿਰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਜਾਂ ਫਿਰ ਦੋਨੋਂ ਵੀ ਹੋ ਸਕਦੇ ਨੇ। ਹੁਣ ਗੱਲ ਆਉਂਦੀ ਹੈ ਦੀਪਿਕਾ ਪਾਦੂਕੋਣ ਦੀ, ਕਿਉਂਕਿ ਦੀਪਿਕਾ ਪਾਦੂਕੋਣ ਦੀ ਵੀ ਚੈਟ ਜਿਹੜੀ ਹੈ ਲੀਕ ਹੋਈ ਹੈ ਜੋ ਅੱਜ ਮੀਡੀਆ ਵਿੱਚ ਪ੍ਰਸਾਰਿਤ ਵੀ ਕੀਤੀ ਜਾ ਰਹੀ ਹੈ। ਇਹ ਉਸ ਵਿਅਕਤੀ ਦੀ ਨਿਜਤਾ ਦੀ ਉਲੰਘਣਾ ਤਾਂ ਹੈ ਹੀ, ਨਾਲ ਹੀ ਦੂਜੇ ਲੋਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਇਹ ਮਾਮਲਾ ਵਿਖਾਈ ਦਿੰਦਾ ਹੈ, ਕਿਉਂਕਿ ਇੱਕ ਵਿਅਕਤੀ ਦੇ ਮੋਬਾਈਲ ਵਿੱਚ ਹੋਰ ਵੀ ਕਈ ਲੋਕਾਂ ਦੀਆਂ ਸੂਚਨਾਵਾਂ ਸ਼ਾਮਿਲ ਹੁੰਦੀਆਂ ਨੇ। ਸੁਪਰੀਮ ਕੋਰਟ ਅਤੇ ਹੋਰ ਹਾਈ ਕੋਰਟ ਦਾ ਕਹਿਣਾ ਹੈ ਕਿ ਜਾਂਚ ਏਜੰਸੀਆਂ ਜਾਂਚ ਦੇ ਦੌਰਾਨ ਮਹੱਤਵਪੂਰਨ ਸਬੂਤਾਂ ਨੂੰ ਜਾਂਚ ਦੇ ਜੋ ਪੜਾਅ ਨੇ ਉਹਨਾਂ ਨੂੰ ਸਾਰਵਜਨਿਕ ਨਹੀਂ ਕਰ ਸਕਦੀਆਂ, ਕਿਉਂਕਿ ਅਜਿਹਾ ਕਰਨ ਨਾਲ ਕੇਸ ਵੀ ਕਮਜ਼ੋਰ ਹੁੰਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ WhatsApp ਚੈਟ ਹੀ ਸਾਹਮਣੇ ਆ ਰਹੀਆਂ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਦਾਲਤ ਵਿੱਚ ਪ੍ਰਮਾਣ ਦੇ ਤੌਰ ਤੇ WhatsApp ਚੈਟ ਦਾਖਲ ਕੀਤੀ ਜਾ ਸਕਦੀ ਹੈ? ਤਾਂ ਇਸ ਦਾ ਜਵਾਬ ਹੈ ਕਿ ਐਵੀਡੈਂਸ ਐਕਟ ਦੇ ਸੈਕਸ਼ਨ 65B ਦੇ ਮੁਤਾਬਕ WhatsApp ਚੈਟ ਨੂੰ ਪ੍ਰਮਾਣ ਦੇ ਤੌਰ ਤੇ ਕੋਰਟ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਜੀ ਹਾਂ, ਪਰ ਇੱਕ ਹਲਫਨਾਮੇ ਦੇ ਨਾਲ ਕਿ ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਪਰ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਸਿਰਫ ਚੈਟ ਦੇ ਆਧਾਰ ਤੇ ਕੋਈ ਵੀ ਦੋਸ਼ ਸਾਬਤ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਦੋਸ਼ੀ ਸਾਬਤ ਕਰਨ ਲਈ ਦੂਜੇ ਪ੍ਰਮਾਣ ਵੀ ਜ਼ਰੂਰ ਦੇਣੇ ਪੈਂਦੇ। ਨਾਲ ਹੀ ਇਹ ਵੀ ਦੱਸਣਾ ਪੈਂਦਾ ਹੈ ਕਿ ਇਹ ਚੈਟ ਕਿਸ ਤਰ੍ਹਾਂ ਨਾਲ ਜਾਂਚ ਏਜੰਸੀ ਨੂੰ ਮਿਲੀ, ਯਾਨੀ ਕਿ ਇਸ ਚੈਟ ਦਾ ਸਰੋਤ ਅਧਿਕਾਰਤ ਹੈ ਵੀ ਜਾਂ ਨਹੀਂ। ਇਹ ਵੀ ਵੇਖਿਆ ਜਾਂਦਾ ਹੈ ਕਿ ਇਸ ਨੂੰ ਹਾਸਲ ਕਰਨ ਵਿੱਚ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਜਾਂ ਨਹੀਂ। ਪਿਛਲੇ ਸਾਲ ਬੰਬੇ ਹਾਈ ਕੋਰਟ ਨੇ ਇੱਕ ਫੋਨ ਟੈਪਿੰਗ ਮਾਮਲੇ ਵਿੱਚ ਅਜਾਈ ਫੈਸਲਾ ਸੁਣਾਇਆ ਸੀ। ਇੱਕ ਬਿਜ਼ਨਸਮੈਨ ਉੱਤੇ ਰਿਸ਼ਵਤ ਕੇਸ ਵਿੱਚ ਚੱਲ ਰਹੀ ਸੀਬੀਆਈ ਜਾਂਚ ਵਿੱਚ ਕੇਂਦਰ ਸਰਕਾਰ ਨੇ ਫੋਨ ਟੈਪਿੰਗ ਦੀ ਇਜਾਜ਼ਤ ਦਿੱਤੀ ਸੀ, ਪਰ ਕੋਰਟ ਨੇ ਇਸ ਪ੍ਰਮਾਣ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਸੀ ਕਿ ਇਹ ਗੈਰ ਕਾਨੂੰਨੀ ਹੈ ਅਤੇ ਫੋਨ ਟੈਪਿੰਗ ਕਿਸੇ ਪਬਲਿਕ ਐਮਰਜੈਂਸੀ ਜਾਂ ਫਿਰ ਪਬਲਿਕ ਸੇਫਟੀ ਲਈ ਹੀ ਕੀਤੀ ਜਾ ਸਕਦੀ ਹੈ। ਇਸ ਕੇਸ ਵਿੱਚ ਇਹ ਫੋਨ ਟੈਪਿੰਗ ਨਿਜਤਾ ਦੀ ਉਲੰਘਣਾ ਹੈ। ਇਸ ਸਭ ਦੇ ਵਿਚਾਲੇ ਇਹ ਜਾਣ ਲੈਣਾ ਵੀ ਬੇहद ਜ਼ਰੂਰੀ ਹੈ ਕਿ WhatsApp ਪ੍ਰਾਈਵੇਸੀ ਦੇ ਮਾਮਲੇ ਵਿੱਚ ਕਿੰਨਾ ਸੁਰੱਖਿਅਤ ਹੈ। ਜੀ ਹਾਂ, WhatsApp ਲਾਅ ਕਿਤਾਬ ਦੇ ਲੇਖਕ ਅਤੇ ਫਿਰ ਸਾਈਬਰ ਕਾਨੂੰਨ ਦੇ ਜਾਣਕਾਰ ਪਵਨ ਦੁੱਗਲ ਕਹਿੰਦੇ ਨੇ ਕਿ ਜੇਕਰ WhatsApp ਦੀ ਪ੍ਰਾਈਵੇਸੀ ਪਾਲਿਸੀ ਨੂੰ ਧਿਆਨ ਨਾਲ ਪੜਿਆ ਜਾਏ ਤਾਂ ਪਤਾ ਚੱਲੇਗਾ ਕਿ ਜੋ ਵੀ ਤੁਸੀਂ ਜਾਣਕਾਰੀ ਉੱਥੇ ਦੇ ਰਹੇ ਹੋ ਉਹ ਪਬਲਿਕ ਜਾਣਕਾਰੀ ਹੈ ਅਤੇ ਉਸ ਉੱਤੇ ਕੋਈ ਵੀ ਨਿਜਤਾ ਦਾ ਅਧਿਕਾਰ ਲਾਗੂ ਨਹੀਂ ਹੁੰਦਾ। ਜੀ ਹਾਂ, ਉਹ ਇਹ ਵੀ ਕਹਿੰਦੇ ਨੇ ਕਿ WhatsApp ਨੂੰ ਹੈਕ ਕਰਨਾ ਵੀ ਮੁਸ਼ਕਿਲ ਨਹੀਂ ਹੈ। ਉੱਥੇ ਮੁੰਬਈ ਅਤੇ ਫਿਰ ਸਾਈਬਰ ਮਾਮਲਿਆਂ ਦੇ ਜਾਣਕਾਰ ਕਹਿੰਦੇ ਨੇ ਕਿ ਜੇਕਰ ਕੋਈ ਸਰਕਾਰੀ ਏਜੰਸੀ ਯੂਜ਼ਰ ਉੱਤੇ ਨਿਗਰਾਨੀ ਰੱਖ ਰਹੀ ਹੈ ਤਾਂ WhatsApp ਯੂਜ਼ਰ ਨੂੰ ਕੋਈ ਅਲਰਟ ਜਾਂ ਚੇਤਾਵਨੀ ਨਹੀਂ ਦਿੰਦਾ। ਜੇਕਰ ਕੋਈ ਜਾਸੂਸੀ ਕੰਪਨੀ ਵੀ ਯੂਜ਼ਰ ਦੇ WhatsApp ਵਿੱਚ ਸਪਾਈਵੇਅਰ ਪਾ ਦੇਵੇ ਤਾਂ ਯੂਜ਼ਰ ਨੂੰ ਪਤਾ ਨਹੀਂ ਚੱਲੇਗਾ। ਜਿਵੇਂ ਪਿਛਲੇ ਸਾਲ ਹੀ ਖਬਰਾਂ ਸੀ ਕਿ ਇਜ਼ਰਾਈਲੀ ਕੰਪਨੀ ਨੇ ਪੈਗਾਸਸ ਨਾਂ ਦੀ ਇੱਕ ਸਪਾਈਵੇਅਰ ਕਈ WhatsApp ਅਕਾਊਂਟ ਵਿੱਚ ਇੰਸਟਾਲ ਕਰ ਦਿੱਤੇ ਸਨ ਅਤੇ ਫਿਰ ਦੁਨੀਆ ਭਰ ਵਿੱਚ ਇਸ ਤੇ ਚਰਚਾ ਵੀ ਹੋਈ ਸੀ। ਪ੍ਰਾਈਵੇਸੀ ਨੂੰ ਲੈ ਕੇ WhatsApp ਦੀ ਇੱਕ ਹੀ ਖਾਸ ਗੱਲ ਹੈ ਕਿ ਮੈਸੇਜ ਇਨਕ੍ਰਿਪਟਡ ਹੁੰਦੇ ਨੇ, ਲੇਕਿਨ ਅੱਜ ਕੱਲ ਤਾਂ ਇਹ ਬਹੁਤ ਕੰਪਨੀਆਂ ਦੇ ਰਹੀਆਂ ਨੇ ATM ਕਾਰਡ ਵੀ ਅਜਿਹੇ ਹੀ ਹੁੰਦੀਆਂ ਨੇ। ਨਾਲ ਹੀ WhatsApp ਤੁਹਾਡਾ ਮੈਟਾ ਡੇਟਾ, ਜਿਵੇਂ ਕਿ ਤੁਸੀਂ WhatsApp ਵਿੱਚ ਕੀ ਕਰਦੇ ਹੋ, ਕਿਸ ਨੂੰ ਕੀ ਭੇਜਦੇ ਹੋ, ਤੁਹਾਡੀ ਕੀ ਪਸੰਦ ਹੈ, ਕਿਸ ਗਰੁੱਪ ਦੇ ਤੁਸੀਂ ਮੈਂਬਰ ਹੋ, ਇਹ ਸਭ WhatsApp ਕਈ ਦਿਨਾਂ ਤੱਕ ਰੱਖ ਸਕਦਾ ਹੈ ਅਤੇ ਫਿਰ Facebook, Instagram ਦੇ ਨਾਲ ਸਾਂਝਾ ਵੀ ਕਰਦਾ ਹੈ। ਤਾਂ ਇੱਕ ਤਰ੍ਹਾਂ ਨਾਲ ਯੂਜ਼ਰ ਦੀ ਪ੍ਰੋਫਾਈਲਿੰਗ ਕਰਦਾ ਹੈ। ਜਦੋਂ ਜਾਂਚ ਏਜੰਸੀਆਂ ਕੋਈ ਡਾਟਾ ਮੰਗਦੀਆਂ ਨੇ ਅਤੇ ਫਿਰ WhatsApp ਦੇ ਕੋਲ ਉਪਲਬਧ ਹੁੰਦਾ ਤਾਂ ਉਹ ਅਕਸਰ ਦਿੰਦਾ ਵੀ ਹੈ। ਜੇਕਰ ਕੋਈ ਯੂਜ਼ਰ ਆਪਣੀ ਨਿਜਤਾ ਦੀ ਉਲੰਘਣਾ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਵੀ ਕਰਨਾ ਚਾਹੇ ਤਾਂ WhatsApp ਕੈਲੀਫੋਰਨੀਆ ਦੀਆਂ ਅਦਾਲਤਾਂ ਦੇ ਦਾਇਰੇ ਵਿੱਚ ਆਉਂਦਾ ਹੈ। ਕੈਲੀਫੋਰਨੀਆ ਯਾਨੀ ਕਿ ਅਮਰੀਕਾ, ਭਾਰਤ ਦੀਆਂ ਨਹੀਂ। ਇਸ ਦੇ ਨਿਯਮ ਅਤੇ ਸ਼ਰਤਾਂ ਵੀ ਇੰਨੇ ਵਿਸ਼ਾਲ ਹੁੰਦੇ ਨੇ ਕਿ ਉਹ ਵੀ ਚੁਣੌਤੀਆਂ ਪੈਦਾ ਕਰਦੇ ਨੇ। ਜ਼ਾਹਿਰ ਤੌਰ ਤੇ ਜੇਕਰ ਤੁਸੀਂ ਕੋਈ ਗੁਪਤ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਹੋ ਤਾਂ WhatsApp ਇੱਕ ਚੰਗਾ ਪਲੇਟਫਾਰਮ ਨਹੀਂ ਹੈ। ਉਹ ਤੁਹਾਡੀ ਗੁਪਤ ਜਾਣਕਾਰੀ ਨੂੰ ਵੀ ਸਾਰਵਜਨਿਕ ਜਾਣਕਾਰੀ ਹੀ ਮੰਨਦਾ ਹੈ। ਇਹ ਵੀ ਸੱਚ ਹੈ ਕਿ WhatsApp ਬਿਨਾਂ ਕੋਈ ਪੈਸਾ ਲਏ ਗਾਹਕਾਂ ਨੂੰ ਸਰਵਿਸ ਦੇ ਰਿਹਾ ਹੈ। ਤਾਂ ਜੋ WhatsApp ਦਾ ਅਰਬਾਂ ਡਾਲਰ ਦਾ ਲੇਖਾ ਜੋਖਾ ਹੈ
ਉਹ ਪੂਰਾ ਦਾ ਪੂਰਾ ਡਾਟਾ ਆਧਾਰਿਤ ਹੀ ਹੈ। ਮਤਲਬ ਉਸਦੇ ਕੋਲ ਵੇਚਣ ਲਈ ਡਾਟਾ ਹੀ ਤਾਂ ਹੈ, ਉਥੇ ਉਸ ਨੂੰ ਫਾਇਦਾ ਵੀ ਹੁੰਦਾ। ਤਾਂ ਜਿਹੜੀਆਂ ਕੰਪਨੀਆਂ ਜੋ ਥਰਡ ਪਾਰਟੀ ਦੇ ਨਾਲ ਡਾਟਾ ਸ਼ੇਅਰ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਸੁਰੱਖਿਆ ਨਹੀਂ ਮੰਨ ਸਕਦੇ। WhatsApp ਦੀ Facebook ਵਰਗੇ ਐਪ ਦੇ ਨਾਲ ਸਾਂਝੇਦਾਰੀ ਉਸ ਵਿੱਚ ਗੁੰਜਾਇਸ਼ ਹੈ ਕਿ ਲੋਕਾਂ ਦੀਆਂ ਸੂਚਨਾਵਾਂ ਲੀਕ ਜ਼ਰੂਰ ਹੋ ਰਹੀਆਂ ਹੋਣਗੀਆਂ। ਸੋ ਇਹਨਾਂ ਸਭ ਗੱਲਾਂ ਨੂੰ ਲੈ ਕੇ ਇਹ ਪੁੱਛਣਾ ਵੀ ਲਾਜ਼ਮੀ ਹੁੰਦਾ ਹੈ ਕਿ WhatsApp ਨਾਲ ਲੋਕਾਂ ਦਾ ਭਰੋਸਾ ਕੀ ਡਗਮਗਾ ਜਾਏਗਾ? ਤਾਂ ਸਾਈਬਰ ਐਕਸਪਰਟ ਮੰਨਦੇ ਨੇ ਕਿ ਭਰੋਸਾ ਫੌਰਨ ਤਾਂ ਨਹੀਂ ਡਗਮਗਾਏਗਾ, ਕਿਉਂਕਿ ਭਾਰਤ ਵਿੱਚ ਲੋਕ ਇੱਕ ਕ੍ਰਾਂਤੀ ਦੇ ਦੌਰ ਤੋਂ ਗੁਜ਼ਰ ਰਹੇ ਨੇ। ਹਰ ਭਾਰਤੀ ਆਪਣੀ ਜਾਣਕਾਰੀ ਸਾਂਝਾ ਕਰ ਰਿਹਾ, ਭਾਵੇਂ ਉਹ ਨਿੱਜੀ ਜਾਣਕਾਰੀ ਹੋਵੇ, ਪ੍ਰੋਫੈਸ਼ਨਲ ਜਾਣਕਾਰੀ ਹੋਵੇ ਜਾਂ ਫਿਰ ਸੋਸ਼ਲ ਜਾਣਕਾਰੀ। ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹ ਜੋ ਜਾਣਕਾਰੀ ਉਹ ਸਾਂਝਾ ਕਰ ਰਹੇ ਨੇ ਉਸ ਦਾ ਕਾਨੂੰਨੀ ਪ੍ਰਭਾਵ ਕੀ ਪਏਗਾ। ਅੱਜ ਇਹ ਕੇਸ ਤਾਂ ਸਾਹਮਣੇ ਆ ਰਹੇ ਨੇ, ਪਰ ਉਹ ਜਨਤਾ ਦੇ ਦਿਮਾਗ ਵਿੱਚ ਕੋਈ ਘੰਟੀ ਨਹੀਂ ਵਜਾ ਰਹੇ। ਜੀ ਹਾਂ, ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਲੋਕਾਂ ਨੂੰ ਹਮੇਸ਼ਾ ਲੱਗਦਾ ਹੈ ਕਿ ਜਿਨ੍ਹਾਂ ਦਾ ਚੈਟ ਲੀਕ ਹੋ ਰਿਹਾ ਹੈ ਇਹ ਤਾਂ ਬਾਲੀਵੁੱਡ ਜਾਂ ਫਿਰ ਸਿਆਸੀ ਹਸਤੀਆਂ ਨੇ, ਯਾਨੀ ਵੱਡੇ ਲੋਕ ਨੇ। ਇਹਨਾਂ ਦੀ ਤਾਂ ਚੈਟ ਜ਼ਰੂਰ ਫੜੀ ਜਾ ਸਕਦੀ ਹੈ, ਪਰ ਉਹ ਤਾਂ ਮਾਮੂਲੀ ਲੋਕ ਨੇ। ਜੀ ਹਾਂ, ਅਸੀਂ ਤੁਸੀਂ ਮਾਮੂਲੀ ਲੋਕ ਹਾਂ, ਫਿਰ ਉਹਨਾਂ ਦੀ ਚੈਟ, ਸਾਡੀ ਚੈਟ ਕੋਈ ਕਿਉਂ ਫੜੇਗਾ? ਤਾਂ ਜਨਾਬ, ਤੁਹਾਨੂੰ ਦੱਸ ਦਈਏ ਕਿ ਇਹ ਜੋ ਗਲਤ ਫਹਿਮੀ ਤੁਸੀਂ ਪਾਲੀ ਹੋਈ ਹੈ, ਇਸ ਦੀ ਵਜ੍ਹਾ ਨਾਲ ਹੀ ਲੋਕ ਇਸ ਪਲੇਟਫਾਰਮ ਨੂੰ ਇਸਤੇਮਾਲ ਕਰਦੇ ਜਾਣਗੇ। ਲੋਕ ਜੋ WhatsApp ਇਸਤੇਮਾਲ ਕਰਦੇ ਨੇ ਉਹ ਇਸਦੇ ਨਿਯਮ ਅਤੇ ਫਿਰ ਸ਼ਰਤਾਂ ਨਹੀਂ ਪੜ੍ਹਦੇ। ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਤੁਸੀਂ ਇਸ ਸਮੇਂ WhatsApp ਯੂਜ਼ ਕਰ ਰਹੇ ਹੋ ਤਾਂ ਤੁਸੀਂ ਵੀ ਇਹਨਾਂ ਸ਼ਰਤਾਂ ਨੂੰ ਨਹੀਂ ਪੜ੍ਹਿਆ ਹੋਵੇਗਾ। ਸੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਵਿੱਚ ਨਿਜਤਾ ਦਾ ਅਧਿਕਾਰ ਕੀ ਹੈ। ਸੋ ਭਾਰਤ ਦੇ ਸਾਈਬਰ ਕਾਨੂੰਨ ਨਿਜਤਾ ਨੂੰ ਲੈ ਕੇ ਬਹੁਤ ਟਿੱਪਣੀ ਨਹੀਂ ਕਰਦੇ। ਹਾਲਾਂਕਿ ਸੁਪਰੀਮ ਕੋਰਟ ਨੇ ਜਸਟਿਸ ਪੁੱਟਾਸਵਾਮੀ ਬਨਾਮ ਯੂਨੀਅਨ ਆਫ ਇੰਡੀਆ ਮਾਮਲੇ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਨਿਜਤਾ ਦਾ ਅਧਿਕਾਰ ਸਾਡਾ ਮੌਲਿਕ ਅਧਿਕਾਰ ਹੈ, ਪਰ ਉਹ ਇਸ ਦੇ ਲਾਗੂ ਹੋਣ ਵਿੱਚ ਸਮੱਸਿਆ ਦੀ ਤਰਫ ਵੀ ਇਸ਼ਾਰਾ ਕਰਦੇ ਨੇ। ਉਹ ਕਹਿੰਦੇ ਨੇ ਕਿ ਭਾਰਤ ਦੇ ਕੋਲ ਨਿਜਤਾ ਵਿਸ਼ੇਸ਼ ਕਾਨੂੰਨ ਨਹੀਂ ਹੈ, ਇੱਥੇ ਤੱਕ ਕਿ ਡਾਟਾ ਦੀ ਸੁਰੱਖਿਆ ਸੰਬੰਧਤ ਕਾਨੂੰਨ ਵੀ ਨਹੀਂ ਹੈ। ਸਰਕਾਰ ਵੀ ਨਿਜਤਾ ਨੂੰ ਤਵੱਜੋ ਨਹੀਂ ਦਿੰਦੀ। ਭਾਰਤ ਨੂੰ ਜ਼ਰੂਰਤ ਹੋਏਗੀ ਕਿ ਸਾਈਬਰ ਸੁਰੱਖਿਆ ਤੇ ਫਿਰ ਨਿਜਤਾ ਦੀ ਸੁਰੱਖਿਆ ਦਾ ਕਾਨੂੰਨ ਲਿਆਇਆ ਜਾਏ ਅਤੇ ਫਿਰ ਜੋ ਸਰਵਿਸ ਪ੍ਰੋਵਾਈਡਰ ਹੈ ਉਹਨਾਂ ਦੀ ਜ਼ਿੰਮੇਵਾਰੀਆਂ ਨੂੰ ਵੀ ਫਿਰ ਤੋਂ ਪਰਿਭਾਸ਼ਿਤ ਕੀਤਾ ਜਾਏ। ਇਸ ਮਾਮਲੇ ਵਿੱਚ ਹੁਣ ਅੱਗੇ ਕਾਰਵਾਈ ਕੀ ਹੋ ਸਕਦੀ ਹੈ? ਜੀ ਹਾਂ, ਦੀਪਿਕਾ ਪਾਦੁਕੋਣ ਨੂੰ ਬੁਲਾਇਆ ਗਿਆ, ਸਾਰਾ ਅਲੀ ਖਾਨ ਨੂੰ ਬੁਲਾਇਆ ਗਿਆ ਤੇ ਹੋਰ ਕਈ ਅਦਾਕਾਰਾਂ ਨੂੰ ਬੁਲਾਇਆ ਗਿਆ, ਪਰ ਕਾਰਵਾਈ ਕੀ ਹੋ ਸਕਦੀ ਹੈ ਇਹ ਵੀ ਤੁਹਾਨੂੰ ਦੱਸ ਸਕਦੇ ਹਾਂ। ਸੀਨੀਅਰ ਐਡਵੋਕੇਟ ਉਜਵਲ ਨਿਗਮ ਦਾ ਕਹਿਣਾ ਹੈ ਕਿ NCB ਦਾ ਇੱਕ ਕੌਮੀ ਪੱਧਰ ਦੀ ਏਜੰਸੀ ਹੈ ਜਿਸ ਤੇ ਕੌਮੀ ਅਤੇ ਫਿਰ ਕੌਮਾਂਤਰੀ ਪੱਧਰ ਤੇ ਡਰਗ ਰੈਕੇਟਸ ਦਾ ਭੰਡਾਫੋੜ ਕਰਨ ਦੀ ਜ਼ਿੰਮੇਵਾਰੀ ਹੈ। ਅਜੇ ਵਿੱਚ ਇਸ ਸਮੇਂ ਜੋ ਵੀ ਜਾਂਚ ਚੱਲ ਰਹੀ ਹੈ ਉਸਦਾ ਫੋਕਸ ਡਰੱਗਸ ਲੈਣ ਵਾਲੇ ਬਾਲੀਵੁੱਡ ਸੈਲਬਸ ਦੇ ਨਾਲ ਇਹ ਵੀ ਪਤਾ ਕਰਨਾ ਹੈ ਕਿ ਉਹਨਾਂ ਨੂੰ ਡਰੱਗ ਸਪਲਾਈ ਕਰਨ ਵਾਲਿਆਂ ਦਾ ਨੈਕਸਸ ਕਿੱਥੋਂ ਆਪਰੇਟ ਹੁੰਦਾ ਹੈ, ਆਖਰ ਇਹਨਾਂ ਕੋਲ ਡਰੱਗਸ ਪਹੁੰਚਦੇ ਕਿਵੇਂ ਨੇ। NCB ਨੂੰ ਆਪਣਾ ਫੋਕਸ ਸਨਸਨੀ ਫੈਲਾਉਣ ਦੀ ਬਜਾਏ ਆਪਣੇ ਮੁੱਖ ਕੰਮ ਤੇ ਲਗਾਉਣਾ ਚਾਹੀਦਾ। ਜੀ ਹਾਂ, ਰਿਆ ਚੱਕਰਵਰਤੀ ਤੇ ਜੋ ਇਲਜ਼ਾਮ ਲੱਗੇ ਨੇ ਉਹ ਡਰੱਗ ਸਿੰਡੀਕੇਟ ਦਾ ਹਿੱਸਾ ਹੁੰਦੇ ਨੇ। ਅਜੇ ਵਿੱਚ ਜੇਕਰ ਦੀਪਿਕਾ ਪਾਦੁਕੋਣ ਅਤੇ ਹੋਰ ਅਦਾਕਾਰਾਂ ਤੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਦੀ ਦਿੱਕਤ ਹੋਰ ਵੱਧ ਸਕਦੀ ਹੈ। ਜੀ ਹਾਂ, ਇਹ ਸਾਬਿਤ ਹੋਇਆ ਕਿ ਐਕਟਰਸ ਨੇ ਡਰੱਗਸ ਲਈ ਸੀ ਤਾਂ ਉਹਨਾਂ ਨੂੰ ਕੀ ਸਜ਼ਾ ਹੋ ਸਕਦੀ ਹੈ ਕਿ ਇਹ ਵੀ ਜਾਣ ਲਈਏ। ਚਲੋ ਇਹ ਵੀ ਦੱਸ ਦਿੰਦੇ ਹਾਂ। ਸੀਨੀਅਰ ਐਡਵੋਕੇਟ ਉਜਵਲ ਨਿਗਮ ਦੇ ਮੁਤਾਬਕ ਜੇਕਰ ਜਾਂਚ ਵਿੱਚ ਇਹ ਸਾਬਿਤ ਹੋ ਜਾਏ ਕਿ ਇਹ ਸਭ ਐਕਟਰਸ ਡਰੱਗ ਸਿੰਡੀਕੇਟ ਦਾ ਹਿੱਸਾ ਨੇ ਤਾਂ ਸਜ਼ਾ ਜ਼ਰੂਰ ਮਿਲੇਗੀ। ਜੀ ਹਾਂ, ਇਹਨਾਂ ਪਦਾਰਥਾਂ ਦੀ ਮਾਤਰਾ ਦੇ ਆਧਾਰ ਤੇ ਇਹ ਸਜ਼ਾ ਤੈਅ ਹੋਏਗੀ, ਪਰ ਜੇਕਰ ਉਹਨਾਂ ਤੇ ਸਿਰਫ ਡਰੱਗਸ ਲੈਣ ਦਾ ਇਲਜ਼ਾਮ ਸਾਬਿਤ ਹੁੰਦਾ ਤਾਂ ਉਹ ਇਹ ਗੱਲ ਕੋਰਟ ਵਿੱਚ ਕਬੂਲ ਕਰ ਲੈਂਦੇ ਨੇ ਅਤੇ ਤਾਂ ਕੋਰਟ ਉਹਨਾਂ ਨੂੰ ਮਾਫੀਨਾਮਾ ਤੇ ਛੱਡ ਵੀ ਸਕਦਾ ਹੈ, ਪਰ ਉਹਨਾਂ ਨੂੰ ਵਾਅਦਾ ਕਰਨਾ ਹੋਏਗਾ ਕਿ ਅੱਗੇ ਤੋਂ ਉਹ ਕਦੇ ਵੀ ਡਰੱਗਸ ਨਹੀਂ ਲੈਣਗੇ। ਇਸ ਤੋਂ ਪਹਿਲਾਂ ਸਾਲ 2012 ਵਿੱਚ ਫਰਦੀਨ ਖਾਨ ਤੇ ਵੀ ਇਸੇ ਆਧਾਰ ਤੇ ਅਦਾਲਤ ਵਿੱਚੋਂ ਮਾਫੀ ਉਹਨਾਂ ਨੂੰ ਮਿਲੀ ਸੀ। ਪਰ ਕੀ ਬਾਲੀਵੁੱਡ ਸੈਲਬਸ ਨੂੰ ਮਾਫੀ ਮਿਲ ਜਾਏਗੀ ਜੇਕਰ ਇਲਜ਼ਾਮ ਸਾਬਿਤ ਹੋ ਜਾਂਦੇ ਨੇ? ਮਾਫੀ ਮਿਲਣੀ ਸੁਭਾਵਿਕ ਹੈ ਜਾਂ ਨਹੀਂ, ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਉਹਨਾਂ ਤੇ ਕੀ ਇਲਜ਼ਾਮ ਲੱਗਦੇ ਨੇ। ਸੀਨੀਅਰ ਐਡਵੋਕੇਟ ਉਜਵਲ ਨਿਗਮ ਦੇ ਮੁਤਾਬਕ ਜਦ 1993 ਬੰਬਕਾਂਡ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਇੱਕ ਐਕਟਰ ਦੇ ਵਕੀਲ ਨੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਇਸ ਆਧਾਰ ਤੇ ਮਾਫੀ ਚਾਹੀ ਸੀ ਕਿ ਇਸ ਦਾ ਉਹਨਾਂ ਦਾ ਵਰਤਾਓ ਜਿਹੜਾ ਕਾਫੀ ਚੰਗਾ ਹੈ, ਤਾਂ ਨਿਗਮ ਇਸ ਦੇ ਵਿਰੋਧ ਵਿੱਚ ਸਨ। ਉਹਨਾਂ ਨੇ ਕਿਹਾ ਸੀ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਦੁਨੀਆ ਦੇ ਸਾਹਮਣੇ ਇੱਕ ਅਜਿਹਾ ਸੁਨੇਹਾ ਜਾਏਗਾ ਜੋ ਅਦਾਲਤ ਵੱਡੇ ਲੋਕਾਂ ਨੂੰ ਸਜ਼ਾ ਨਹੀਂ ਦਿੰਦੀ। ਜੀ ਹਾਂ, ਡਰੱਗਸ ਮਾਮਲੇ ਵਿੱਚ ਵੀ ਇਹੀ ਸੁਨੇਹਾ ਜਾਣਾ ਜ਼ਰੂਰੀ ਹੈ ਕਿ ਕੋਰਟ ਵਿੱਚ ਸਾਹਮਣੇ ਸਾਰੇ ਲੋਕ ਬਰਾਬਰ ਨੇ, ਚਾਹੇ ਉਹ ਸੈਲਬਸ ਨੇ, ਚਾਹੇ ਉਹ ਸਿਆਸਤਦਾਨ ਨੇ, ਚਾਹੇ ਫਿਰ ਉਹ ਆਮ ਆਦਮੀ ਹੈ, ਸਭ ਇੱਕ ਬਰਾਬਰ ਨੇ, ਸਭ ਨੂੰ ਸਜ਼ਾ ਹੋ ਸਕਦੀ ਹੈ। ਉਹਨਾਂ ਦੇ ਨਾਲ ਉਹਨਾਂ ਦੀ ਹੈਸੀਅਤ ਦੇਖ ਕੇ ਵਰਤਾਓ ਨਹੀਂ ਹੁੰਦਾ। ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਭਾਰਤ ਦੀ ਵੱਡੀ ਆਬਾਦੀ ਇਹਨਾਂ ਸੈਲਬਸ ਦੇ ਫੈਸ਼ਨ ਤੋਂ ਲੈ ਕੇ ਹਰ ਇੱਕ ਗੱਲ ਨੂੰ ਫੋਲੋ ਕਰਦੀ ਹੈ, ਯਾਨੀ ਕਿ ਉਹਨਾਂ ਦੀਆਂ ਬੁਰੀਆਂ ਆਦਤਾਂ ਵਿੱਚ ਵੀ ਲੋਕਾਂ ਦੇ ਲਈ ਪ੍ਰੇਰਣਾ ਬਣ ਸਕਦੀ ਹੈ। ਇਹੀ ਵਜ੍ਹਾ ਹੈ ਕਿ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਜੀ ਹਾਂ,
ਸੋ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਵਿੱਚ ਬਾਲੀਵੁੱਡ ਦੇ ਕਈ ਦਿੱਗਜ ਚਿਹਰੇ ਫਸੇ ਜਾ ਰਹੇ ਨੇ ਤੇ ਆਉਣ ਵਾਲਾ ਸਮਾਂ ਬਾਲੀਵੁੱਡ ਲਈ ਬੇहद ਔਖਾ ਹੋਣ ਵਾਲਾ ਹੈ ਅਤੇ ਸਾਡੀ ਨਜ਼ਰ ਵੀ ਇਸ ਪੂਰੇ ਮਸਲੇ ਤੇ ਬਣੀ ਰਹੇਗੀ। ਫਿਲਹਾਲ ਜੇਕਰ ਤੁਸੀਂ ਸਾਨੂੰ ਕੋਈ ਆਪਣੀ ਰਾਏ ਦੇਣਾ ਚਾਹੁੰਦੇ ਹੋ, ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com। ਇਸ ਤੋਂ ਇਲਾਵਾ ਤੁਸੀਂ ਮੇਰੇ ਫੇਸਬੁੱਕ पेज आए भी मैंने संपर्क कर सकते हो, मैसेज भेज सकते हो। मेरा फेसबुक पेज है @भलिंदर ऑफिशियल ਅਤੇ ਸਾਡਾ WhatsApp ਨੰਬਰ ਹੈ +1 209 275 3038। ਫਿਲਹਾਲ ਮੈਂ ਦਿਓ ਇਜਾਜ਼ਤ, ਤੁਸੀਂ ਵੇਖ ਲੀजिए ਸਾਡਾ ਖਾਸ ਪ੍ਰੋਗਰਾਮ ਨਜ਼ਰੀਆ।